ਸਤਿ ਸ਼੍ਰੀ ਅਕਾਲ ਦੋਸਤੋ, ਮਿਆਵਾਕੀ ਵਿਧੀ ਦੇ ਨਾਲ ਜਿਹੜਾ ਅਸੀਂ ਜੰਗਲ ਲਗਾਉਣ ਦਾ ਇਹ ਟਿਊਟੋਰੀਅਲ ਬਣਾ ਰਹੇ ਹਾਂ। ਸਭ ਤੋਂ ਪਹਿਲਾ ਕਦਮ ਜਿਹੜਾ ਸਾਈਟ ਰੈਡੀਨੈਸ, ਕਿ ਜਿਹੜੀ ਜਗ੍ਹਾ ਤੇ ਅਸੀਂ ਜੰਗਲ ਲਗਾਉਣਾ ਚਾਹੁੰਦੇ ਹਾਂ ਉਹ ਪੂਰੀ ਤਰ੍ਹਾਂ ਮੁਕੰਮਲ ਹੈ ਜੰਗਲ ਲਗਾਉਣ ਦੇ ਲਈ ਜਾਂ ਨਹੀਂ ਹੈ। ਇਹਦਾ ਫੈਸਲਾ ਅਸੀਂ ਕਿਵੇਂ ਕਰਨਾ ਹੈ, ਉਹਦੇ ਲਈ ਕੁਝ ਤਰੀਕੇ, ਅਸੀਂ ਕੁਝ ਪੈਰਾਮੀਟਰਸ ਬਣਾਏ ਨੇ। ਕਰੀਬ 16 ਦੇ ਕਰੀਬ ਜਿਹੜੀਆਂ ਚੀਜ਼ਾਂ ਨੇ ਅਸੀਂ ਚੈੱਕ ਕਰਦੇ ਹਾਂ ਸਾਈਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ। ਤੇ ਇੱਕ ਇੱਕ ਕਰਕੇ ਜਿਹੜੀ ਮੇਰੇ ਹੱਥ ਵਿੱਚ ਚੈੱਕਲਿਸਟ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਨੋਟ ਵੀ ਕਰ ਸਕਦੇ ਹੋ ਤੇ ਜਦੋਂ ਵੀ ਚਾਹੋ ਤੁਸੀਂ ਵੀਡੀਓ ਤੋਂ ਦੁਬਾਰਾ ਰੈਫਰ ਕਰ ਸਕਦੇ ਹੋ। ਤੇ ਜਿਵੇਂ ਅੱਜ ਅਸੀਂ ਪੱਤੋ ਹੀਰਾ ਸਿੰਘ ਮੋਗਾ ਦੇ ਵਿੱਚ ਜਿਹੜਾ ਪਿੰਡ ਹੈ ਉੱਥੇ ਆਏ ਹਾਂ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਅਸੀਂ ਉਹਦੀ ਲੋਕੇਸ਼ਨ ਲਿਖਦੇ ਹਾਂ ਕਿ ਸਾਈਟ ਕਿਹੜੀ ਜਗ੍ਹਾ ਤੇ ਹੈ। GPS ਲੋਕੇਸ਼ਨ ਜਾਣੇ ਕਿ ਸੈਟੇਲਾਈਟ ਦੇ ਰਾਹੀਂ ਜਿਹੜੇ ਅਸੀਂ ਫੋਨ ਤੋਂ ਉਹਦੀ ਲੋਕੇਸ਼ਨ ਦੇ ਕੱਢਦੇ ਹਾਂ ਉਹਦੇ ਪੈਰਾਮੀਟਰਸ ਕਿ ਉਹਦੇ ਕੀ ਹੈ, ਉਹ ਵੀ ਅਸੀਂ ਨੋਟ ਕਰਦੇ ਹਾਂ ਕਿ ਕੱਲ੍ਹ ਨੂੰ ਜਦੋਂ ਪ੍ਰੋਜੈਕਟ ਸ਼ੁਰੂ ਹੁੰਦਾ ਤਾਂ ਕਿਸੇ ਨੇ ਵੀ ਇੱਥੇ ਆਉਣਾ ਜਾਣਾ ਹੋਵੇ, ਤੁਹਾਡੇ ਦੋਸਤਾਂ ਨੇ ਜਾਂ ਜਿਨ੍ਹਾਂ ਨੇ ਕੰਮ ਕਰਨਾ ਹੈ, ਕਿਤੋਂ ਕਿਸੇ ਪ੍ਰੋਜੈਕਟ ਮੈਨੇਜਰ ਨੇ ਆਉਣਾ ਜਾਂ ਕਿਤੋਂ ਤੂੜੀ ਨੇ ਆਉਣਾ, ਕਿਤੋਂ ਤੁਹਾਡਾ ਜੋ ਵੀ ਸਮਾਨ ਆਉਣਾ ਇੱਥੇ, ਉਹ ਅਗਲੇ ਬੰਦੇ ਨੂੰ WhatsApp ਦੇ ਉੱਤੇ ਉਹਦੀ ਲੋਕੇਸ਼ਨ ਭੇਜੀ ਜਾ ਸਕਦੀ ਹੈ ਤਾਂ ਕਿ ਬੰਦਾ ਬਿਲਕੁਲ ਟਿਕਾਣੇ 'ਤੇ ਹੀ ਪਹੁੰਚੇ। ਇਹ ਲੋਕੇਸ਼ਨ ਉਸ ਤਰ੍ਹਾਂ ਸਾਨੂੰ ਬਹੁਤ ਮਦਦਗਾਰ ਹੁੰਦੀ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰੀਏ ਕਿ ਜਦੋਂ ਵੀ ਅਸੀਂ ਜੰਗਲ ਲਗਾਉਣਾ ਸ਼ੁਰੂ ਕਰਦੇ ਹਾਂ ਅਸੀਂ ਉਹਦੀ ਓਰੀਐਂਟੇਸ਼ਨ ਜਾਣੇ ਕਿ ਉਹਦੀ ਦਿਸ਼ਾ ਦੇਖਦੇ ਹਾਂ ਕਿ ਸੂਰਜ ਕਿਸ ਤਰ੍ਹਾਂ ਉਹਦੇ ਉੱਤੇ ਜਿਹੜੀਆਂ ਉਹਦੀਆਂ ਕਿਰਨਾਂ ਪੈਂਦੀਆਂ। ਕਈ ਵਾਰੀ ਪਹਾੜ ਦੀ ਸਲੋਪ ਹੁੰਦੀ ਜਾਂ ਕੋਈ ਛੋਟਾ ਟੀਲਾ ਹੁੰਦਾ ਜੇ ਤੇ ਬਿਲਕੁਲ ਐਂਗਲ ਤੋਂ ਸੂਰਜ ਜਿਹੜਾ ਉਹ ਘੁੰਮਦਾ। ਤੇ ਆਮ ਤੌਰ ਤੇ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਸੂਰਜ ਇਸ ਪਾਸੇ ਘੁੰਮਦਾ ਤੇ ਉਹਦੇ ਇਸ ਪਾਸੇ ਟਿੱਲੇ ਦੇ ਜਿਹੜੀਆਂ ਪ੍ਰਜਾਤੀਆਂ ਹੁੰਦੀਆਂ ਬੂਟਿਆਂ ਦੀਆਂ ਉਹ ਅਲੱਗ ਹੋ ਜਾਂਦੀਆਂ। ਸੋ ਜਿਹੜੀ ਸੂਰਜ ਦੀ ਓਰੀਐਂਟੇਸ਼ਨ ਦੇ ਕਰਕੇ ਵੀ ਪ੍ਰਜਾਤੀਆਂ ਚੇਂਜ ਹੁੰਦੀਆਂ ਤੇ ਇਸ ਕਰਕੇ ਸਾਨੂੰ ਧਿਆਨ ਰੱਖਣਾ ਪੈਂਦਾ ਕਿ ਜਿਹੜੇ ਜੰਗਲ ਦਾ ਸਰਵੇਖਣ ਅਸੀਂ ਕਰਾਂਗੇ, ਪ੍ਰਜਾਤੀਆਂ ਦੀ ਸੂਚੀ ਦਾ ਜਿਹੜਾ ਚੈਪਟਰ ਹੈ ਉਹ ਜਦੋਂ ਅਸੀਂ ਜੰਗਲ ਦੀ ਸਰਵੇਖਣ ਕੀਤਾ ਉਹਦੇ 'ਚ ਬੀੜ ਸਿੱਖਾਂ ਵਾਲਾ ਦਾ, ਤਾਂ ਇਸ ਸਾਈਟ ਦੇ ਨਾਲ ਅਸੀਂ ਰਿਲੇਸ਼ਨ 'ਚ ਚੈੱਕ ਕੀਤਾ ਕਿ ਓਰੀਐਂਟੇਸ਼ਨ ਇੱਕੋ ਜਿਹੀ ਹੈ। ਸੋ ਇਸ ਤਰ੍ਹਾਂ ਧਿਆਨ ਰੱਖਣਾ ਹੁੰਦਾ ਹੈ। ਉਹ ਜਿਸ ਤਰ੍ਹਾਂ ਸਨ ਦੀ ਡਾਇਰੈਕਸ਼ਨ ਹੈ ਸੂਰਜ ਦੀ, ਉਸੇ ਤਰ੍ਹਾਂ ਦੀ ਝਿੜੀ ਸਾਨੂੰ ਲੱਭ ਕੇ ਉੱਥੇ ਸਾਨੂੰ ਪ੍ਰਜਾਤੀਆਂ ਦੀ ਸੂਚੀ ਬਣਾਉਣ ਦੀ ਜ਼ਰੂਰਤ ਰਹਿੰਦੀ ਹੈ। ਤੇ ਉਸੇ ਤਰ੍ਹਾਂ ਅਸੀਂ ਢਲਾਨ ਵੀ ਦੇਖਦੇ ਹਾਂ ਕਿ ਜਿਹੜੀ ਤੁਸੀਂ ਤੁਹਾਡੀ ਸਾਈਟ ਹੈ ਉਹਦੀ ਢਲਾਨ ਕਿਸ ਤਰ੍ਹਾਂ ਦੀ ਹੈ। ਆਮ ਕਰਕੇ ਦੇਖਿਆ ਜਾਂਦਾ ਕਿ ਜਿਹੜਾ ਕੋਈ ਟੀਲਾ ਜਾਂ ਪਹਾੜੀ ਹੁੰਦੀ, ਉੱਪਰ ਜਿਹੜੇ ਪਹਾੜ ਦੇ ਜਦੋਂ ਉੱਪਰ ਚੜ੍ਹਦੇ ਹਾਂ ਤਾਂ ਜਿਹੜੀਆਂ ਪ੍ਰਜਾਤੀਆਂ ਉੱਥੇ ਪਾਈਆਂ ਜਾਂਦੀਆਂ ਉਹ ਅਲੱਗ ਹੁੰਦੀਆਂ ਤੇ ਪਹਾੜ ਦੇ ਨੀਚੇ ਵਾਲੀ ਜਗ੍ਹਾ ਤੇ ਜਾਂ ਵੈਲੀਜ਼ ਦੇ ਵਿੱਚ ਅਲੱਗ ਹੁੰਦੀਆਂ। ਤੇ ਇਸੇ ਤਰ੍ਹਾਂ ਜਿਹੜੀ ਹੈ ਤੁਹਾਡੀ ਜਿਹੜੀ ਰੁੱਖਾਂ ਦੀ ਸੂਚੀ ਹੈ ਜਾਂ ਤੁਸੀਂ ਜਿਹੜੇ ਸ਼ਰਬਸ ਲਗਾਉਣੀਆਂ ਜਾਂ ਛੋਟੀਆਂ ਝਾੜੀਆਂ ਉਹ ਅਲੱਗ-ਅਲੱਗ ਹੁੰਦੀਆਂ ਜਾਂਦੀਆਂ। ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਕਿ ਜਦੋਂ ਤੁਸੀਂ ਰੁੱਖਾਂ ਦੀ ਸੂਚੀ ਬਣਾਉਂਦੇ ਹੋ ਉਹ ਤੁਹਾਡੀ ਸਾਈਟ ਤੇ ਜਿਹੜੀ ਸਾਈਟ ਤੁਸੀਂ ਚੂਜ਼ ਕਰਦੇ ਹੋ, ਜਿਹੜੀ ਸਾਈਟ ਤੁਸੀਂ ਦੇਖਦੇ ਹੋ ਜੰਗਲ ਦੀ ਝਿੜੀ ਜਿੱਥੋਂ ਸਰਵੇਖਣ ਕਰਨਾ, ਉਹਨਾਂ ਦਾ ਤਾਲਮੇਲ ਸੇਮ ਹੋਣਾ ਚਾਹੀਦਾ। ਉਹ ਇੱਕੋ ਜਿਹੀ ਥਾਂ ਤੇ ਹੋਣੀ ਚਾਹੀਦੀ। ਉਹਨਾਂ ਦੀ ਓਰੀਐਂਟੇਸ਼ਨ ਜਾਣੀ ਕਿ ਸੂਰਜ ਦੀ ਡਾਇਰੈਕਸ਼ਨ ਤੇ ਉਹਦੀ ਜਿਹੜੀ ਸਲੋਪ ਹੈ ਢਲਾਣ ਦਾ ਉਸੇ ਤਰ੍ਹਾਂ ਹੋਣਾ ਚਾਹੀਦਾ। ਅਗਲੀ ਚੀਜ਼ ਅਸੀਂ ਇਹ ਨੋਟ ਕਰਦੇ ਹਾਂ ਕਿ ਜਿਹੜੀ ਜਗ੍ਹਾ ਤੁਸੀਂ ਜੰਗਲ ਲਗਾਉਣਾ ਉਹਦੀ ਸਮੁੰਦਰ ਦਾ ਜਿਹੜਾ ਜ਼ੀਰੋ ਲੈਵਲ ਹੁੰਦਾ, ਕਿੰਨੀ ਤੁਹਾਡੀ ਸਾਈਟ ਉਸ ਤੋਂ ਕਿੰਨੀ ਉੱਚੀ ਹੈ, ਤਾਂ ਕਿ ਤੁਹਾਨੂੰ ਉਸੇ ਤਰ੍ਹਾਂ ਝਿੜੀ ਵੀ ਜਿਹੜੀ ਲੱਭਣੀ ਹੈ ਰੁੱਖਾਂ ਦੇ ਆંકੜੇ ਬਣਾਉਣ ਲਈ, ਰੁੱਖਾਂ ਦੀ ਸੂਚੀ ਬਣਾਉਣ ਲਈ, ਉਹ ਵੀ ਉਸੇ ਹਾਈਟ ਤੇ ਹੋਵੇ ਤਾਂ ਬਹੁਤ ਚੰਗਾ। ਤੁਹਾਡੇ ਸਾਰੇ ਜਿਹੜੇ ਰੁੱਖਾਂ ਦੀ ਸੂਚੀ ਹੈ ਉਹ ਬਿਲਕੁਲ ਇੱਕੋ ਜਿਹੀ ਬਣਦੀ ਹੈ। ਤੇ ਅਸੀਂ ਜਿਹੜਾ ਕਾਪੀ ਪੇਸਟ ਵਾਲਾ ਪੈਟਰਨ ਹੈ, ਜਿਹੜਾ ਉਤਾਰਾ ਕਰਨਾ, ਨਕਲ ਕਰਨੀ ਇੱਕ ਕੁਦਰਤੀ ਜੰਗਲ ਦੀ, ਉਹ ਹੋਰ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ। ਤੇ ਅਗਲੀ ਚੀਜ਼ ਇਹ ਹੈ ਕਿ ਜਿਹੜਾ ਉੱਥੇ ਮੀਂਹ ਕਿੰਨਾ ਕੁ ਪੈਂਦਾ ਸਾਲ ਵਿੱਚ ਜਾਂ ਹਰ ਮਹੀਨੇ 'ਚ ਕਿੰਨਾ ਮੀਂਹ ਪੈਂਦਾ। ਮੀਂਹ ਤੋਂ ਅਸੀਂ ਇਹ ਅੰਦਾਜ਼ਾ ਲਗਾਉਂਦੇ ਹਾਂ ਕਿ ਰੋਜ਼ ਜਿਹੜਾ ਤੁਸੀਂ ਜੰਗਲ ਜਦੋਂ ਤਿਆਰ ਕਰ ਲਿਆ ਆਪ, ਉਹ 'ਤੇ ਕਿੰਨਾ ਪਾਣੀ ਲਾਉਣ ਦੀ ਲੋੜ ਹੈ। ਉਹਦੀ ਜਿਹੜੀ ਇਹ ਕੈਲਕੂਲੇਸ਼ਨ ਹੈ, ਉਹਦਾ ਸਾਰਾ ਹਿਸਾਬ ਆਪਣੀ ਜਿਹੜੀ ਐਨੂਅਲ ਰੇਨਫਾਲ ਹੈ ਜਾਣੀ ਕਿ ਸਾਲਾਨਾ ਜਿਹੜਾ ਮੀਂਹ ਪੈਂਦਾ, ਉੱਥੋਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਹਰ ਬੂਟੇ ਨੂੰ ਪ੍ਰਤੀ ਬੂਟਾ ਕਿੰਨਾ ਪਾਣੀ ਚਾਹੀਦਾ ਤੇ ਇੱਥੇ ਕਿੰਨਾ ਮੀਂਹ ਪੈਂਦਾ। ਉਸ ਤਰ੍ਹਾਂ ਅਸੀਂ ਕੈਲਕੂਲੇਟ ਕਰਕੇ ਉਹਦਾ ਇੱਕ ਅੰਦਾਜ਼ਾ ਬਣਾ ਸਕਦੇ ਹਾਂ। ਸੋ ਆਮ ਤੌਰ ਤੇ ਅਸੀਂ ਇਹ ਵੀ ਜ਼ਰੂਰ ਦੇਖਦੇ ਹਾਂ ਕਿ ਤੁਸੀਂ ਜਿੱਥੇ ਜਿਹੜੀ ਜਗ੍ਹਾ ਤੇ ਜੰਗਲ ਲਗਾਉਣਾ ਉਹਦੇ ਨੇੜੇ ਤੇੜੇ ਕਿਹੜਾ ਪਾਣੀ ਦਾ ਸਰੋਤ ਹੈ। ਕਈ ਵਾਰੀ ਛੱਪੜ ਹੈ, ਝੀਲ ਹੈ ਜਾਂ ਦਰਿਆ ਦਾ ਕੰਢ ਹੈ, ਤੇ ਕਈ ਵਾਰੀ ਤੁਸੀਂ ਜਿੱਥੇ ਜੰਗਲ ਲਗਾਉਣਾ ਹੁੰਦਾ ਉੱਥੇ ਨੇੜੇ ਤੇੜੇ ਸਮੁੰਦਰ ਹੈ ਜਾਂ ਕੁਛ ਵੀ ਪਾਣੀ ਦਾ ਸਰੋਤ ਹੈ। ਤੁਸੀਂ ਉਹ ਤੋਂ ਦੇਖਣਾ ਵੀ ਕਿੰਨੀ ਦੂਰੀ ਹੈ। ਆਮ ਤੌਰ ਤੇ ਪਾਣੀ ਦੇ ਨੇੜੇ ਦੀਆਂ ਜਿਹੜੀਆਂ ਰੁੱਖਾਂ ਦੀਆਂ ਪ੍ਰਜਾਤੀਆਂ ਹੁੰਦੀਆਂ ਉਹ ਅਲੱਗ ਹੁੰਦੀਆਂ। ਜਿਵੇਂ ਜਿਵੇਂ ਦੂਰੀ ਚਲੀ ਜਾਂਦੀ ਹੈ ਉਸੇ ਤਰ੍ਹਾਂ ਇਲਾਕਾ ਖੁਸ਼ਕ ਹੁੰਦਾ ਤੇ ਪ੍ਰਜਾਤੀਆਂ ਬਦਲ ਜਾਂਦੀਆਂ। ਜਿਵੇਂ ਕਿ ਪਾਣੀ ਦੇ ਨੇੜੇ ਕਈ ਪ੍ਰਜਾਤੀਆਂ ਹੁੰਦੀਆਂ ਜਿਹੜੇ ਕਿ ਜ਼ਿਆਦਾ ਪਾਣੀ ਵਿੱਚ ਚੰਗਾ ਖੁਸ਼ੀ ਮਹਿਸੂਸ ਕਰਦੀਆਂ ਤੇ ਉੱਥੇ ਵੱਧਦੀਆਂ, ਤੇ ਜੰਡ ਜਾਂ ਕਰੀਰ ਵਰਗੀਆਂ ਪ੍ਰਜਾਤੀਆਂ ਜਿਹੜੀਆਂ ਹੁੰਦੀਆਂ ਉਹ ਖੁਸ਼ਕ ਇਲਾਕਿਆਂ 'ਚ ਪਲ ਕੇ ਵੱਧ ਕੇ ਜ਼ਿਆਦਾ ਚੰਗੀਆਂ ਚੱਲਦੀਆਂ। ਸੋ ਇਸੇ ਤਰ੍ਹਾਂ ਤੁਸੀਂ ਆਪਣਾ ਉਹ ਹਿਸਾਬ ਜ਼ਰੂਰ ਰੱਖਣਾ। ਤੇ ਇਹ ਜਿਹੜੀਆਂ ਮੈਂ ਹੁਣ ਕੁਛ ਗੱਲਾਂ ਦੱਸੀਆਂ, ਇਹ ਤੁਸੀਂ ਜਦੋਂ ਜੰਗਲ ਲਗਾਉਣਾ ਸ਼ੁਰੂ ਕਰਨਾ ਹੈ, ਸਾਈਟ ਦੀ ਸਿਲੈਕਸ਼ਨ ਕਰਨੀ ਹੈ, ਉਹਦੇ ਲਈ ਜਿਹੜੀ ਝਿੜੀ ਚੂਜ਼ ਕਰਨੀ ਹੁੰਦੀ ਹੈ, ਝਿੜੀ ਤੋਂ ਜਿੱਥੋਂ ਅਸੀਂ ਸਰਵੇਖਣ ਕਰਨਾ, ਇਹ ਸਾਰੀਆਂ ਚੀਜ਼ਾਂ ਉਹਦੇ ਲਈ ਕੰਮ ਆਉਂਦੀਆਂ। ਚਾਹੇ ਉਹਦੀ GPS ਲੋਕੇਸ਼ਨ ਹੈ, ਉੱਥੋਂ ਦਾ ਜਿਹੜੀ ਸਮੁੰਦਰ ਤੋਂ ਕਿੰਨੀ ਉਚਾਈ 'ਤੇ ਹੈ, ਮੀਂਹ ਕਿੰਨਾ ਪੈਂਦਾ, ਉਹਦੀ ਓਰੀਐਂਟੇਸ਼ਨ ਕਿਵੇਂ ਹੈ, ਸੂਰਜ ਦੀ ਕਿੰਨੀ ਢਲਾਨ 'ਤੇ ਹੈ, ਉਹਦੇ ਨੇੜੇ ਕਿਹੜਾ ਪਾਣੀ ਦਾ ਸਰੋਤ ਹੈ ਤੇ ਇਸ ਪਾਣੀ ਦੇ ਸਰੋਤ ਤੋਂ ਦੂਰੀ ਕਿੰਨੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨਾਲ ਅਸੀਂ ਇਹ ਵੀ ਜਿਹੜੀ ਰੁੱਖਾਂ ਦੀ ਸੂਚੀ ਦੇ ਲਈ ਜਿਹੜੀ ਅਸੀਂ ਝਿੜੀਆਂ ਦਾ ਸਰਵੇਖਣ ਕਰਦੇ ਹਾਂ ਉਹਦੇ ਲਈ ਸਾਨੂੰ ਮਦਦਗਾਰ ਹੁੰਦੀ ਹੈ। ਤੇ
ਇਸ ਤੋਂ ਬਾਅਦ ਅਸੀਂ ਚੱਲਾਂਗੇ ਜਿਹੜੀ ਮੇਨ ਚੈੱਕਲਿਸਟ ਹੈ, ਜਿਹਦੀ ਕਿ ਸਾਈਟ ਦੇ ਉੱਤੇ ਜਿਹੜੀ ਜਿੱਥੇ ਅਸੀਂ ਜੰਗਲ ਲਗਾਉਣਾ ਹੈ, ਉਹ ਸਾਰੀਆਂ ਚੀਜ਼ਾਂ ਜਿਹੜੇ ਕਿ ਸਾਡੇ ਕੋਲ 16 ਮੈਂ ਨੁਕਤੇ ਜਿਹੜੇ ਇੱਥੇ ਨੋਟ ਕੀਤੇ ਨੇ, ਉਹਨਾਂ ਨੁਕਤਿਆਂ ਨੂੰ ਅਸੀਂ ਤੋਲ ਕੇ ਜਿਹੜੀ ਹੈ ਸਾਈਟ ਅਸੀਂ ਪੱਕੀ ਕਰਦੇ ਹਾਂ ਕਿ ਹਾਂ ਇੱਥੇ ਜੰਗਲ ਲਗਾਉਣਾ ਸਹੀ ਹੈ ਜਾਂ ਨਹੀਂ। ਤੇ ਇਹਨਾਂ 'ਚੋਂ ਜੇ ਕੋਈ ਵੀ ਪੁਆਇੰਟ ਜਿਹੜਾ ਨਹੀਂ ਟੁਕਦਾ ਤੇ ਫਿਰ ਅਸੀਂ ਜੰਗਲ ਨਹੀਂ ਲਗਾਉਂਦੇ ਜਦ ਤੱਕ ਕਿ ਸਾਨੂੰ ਯਕੀਨ ਨਾ ਹੋ ਜਾਵੇ ਕਿ ਇੱਥੇ ਜੰਗਲ ਬਿਲਕੁਲ ਮੁਕੰਮਲ ਤੌਰ ਤੇ ਪਲੇਗਾ, ਉਹਨੂੰ ਕੋਈ ਨੁਕਸਾਨ ਨਹੀਂ ਹੋਏਗਾ, ਕੋਈ ਸਾਨੂੰ ਲਗਾਉਣ ਤੋਂ ਬਾਅਦ ਪਰੇਸ਼ਾਨੀ ਨਹੀਂ ਹੋਊਗੀ ਤੇ ਜੰਗਲ ਆਰਾਮ ਨਾਲ ਪਲੇਗਾ, ਵਧੇਗਾ। ਕਿਉਂਕਿ ਜਿਹੜੇ ਵੀ ਅਸੀਂ ਜੰਗਲ ਲਗਾਉਂਦੇ ਹਾਂ, ਸਾਡੀ ਦਿਲੀ ਮਨਸ਼ਾ ਸਾਰਿਆਂ ਦੀ ਹੁੰਦੀ ਹੈ ਕਿ ਜੰਗਲ ਵਧੇ ਫੁੱਲੇ ਤੇ ਕੁਦਰਤ ਦੇ ਵਿੱਚ ਜਿਹੜਾ ਵਾਤਾਵਰਨ ਦਾ ਵਾਧਾ ਕਰ ਸਕੀਏ। ਤੇ ਜਦੋਂ ਵੀ ਅਸੀਂ ਸਾਈਟ ਤੇ ਪਹੁੰਚਦੇ ਹਾਂ ਤਾਂ ਕੁਝ ਚੀਜ਼ਾਂ ਦਾ ਸਰਵੇਖਣ ਉਸ ਜਗ੍ਹਾ ਦਾ ਕਰਨਾ ਜ਼ਰੂਰੀ ਹੈ ਜਿੱਥੇ ਕਿ ਅਸੀਂ ਜੰਗਲ ਲਗਾਉਣਾ। ਕੁੱਲ ਮਿਲਾ ਕੇ 16 ਇਹੋ ਜਿਹੇ ਨੁਕਤੇ ਨੇ ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਦੇਖਦੇ ਹਾਂ ਕਿ ਜੰਗਲ ਲਗਾਉਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਮੁਕੰਮਲ ਤੌਰ ਤੇ ਉੱਥੇ ਹੋਣੀਆਂ ਚਾਹੀਦੀਆਂ ਜਾਂ ਕਈਆਂ ਦੀ ਅਣਹੋਂਦ ਵੀ ਹੋਣੀ ਚਾਹੀਦੀ ਹੈ। ਸੋ ਇਹ 16 ਨੁਕਤਿਆਂ ਦੇ ਆਧਾਰ ਤੇ ਅਸੀਂ ਜਿਹੜਾ ਫੈਸਲਾ ਕਰਦੇ ਹਾਂ ਕਿ ਹੁਣ ਉਹ ਜਗ੍ਹਾ ਤੇ ਜੰਗਲ ਲਗਾਉਣਾ ਮੁਨਾਸਿਬ ਹੈ ਕਿ ਜੰਗਲ ਪਲਦਾ ਵੀ ਰਹੇਗਾ। ਆਓ ਇੱਕ ਇੱਕ ਕਰਕੇ ਇਸ ਸੂਚੀ ਬਾਰੇ ਅਸੀਂ ਗੱਲ ਕਰਦੇ ਹਾਂ। ਹੁਣ ਪਹਿਲੇ ਨੰਬਰ ਤੇ ਅਸੀਂ ਦੇਖਦੇ ਹਾਂ ਕਿ ਸੂਰਜ ਦੀ ਰੋਸ਼ਨੀ ਕਿਸ ਤਰ੍ਹਾਂ। ਆਮ ਤੌਰ ਤੇ ਕਈ ਵਾਰੀ ਹੁੰਦਾ ਕਿ ਉੱਥੇ ਜਦੋਂ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਹਾਂ ਤੇ ਉੱਥੇ ਦਰਖਤ ਪਹਿਲਾਂ ਹੀ ਤੇ ਲੱਗੇ ਹੁੰਦੇ ਨੇ ਤੇ ਜਿਹੜੀ ਸੂਰਜ ਦੀ ਰੋਸ਼ਨੀ ਪੂਰੀ ਤਰ੍ਹਾਂ ਨਹੀਂ ਆਈ ਹੁੰਦੀ, ਜਾਂ ਫਿਰ ਕੋਈ ਬਿਲਡਿੰਗ ਹੁੰਦੀ ਉਹਦੇ ਇਰਦ ਗਿਰਦ ਤੇ ਸੂਰਜ ਦੀ ਰੋਸ਼ਨੀ ਪੂਰੀ ਤਰ੍ਹਾਂ ਨਹੀਂ ਆਉਂਦੀ। ਤੇ ਸਾਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਉੱਥੇ 6 ਤੋਂ 8 ਘੰਟੇ ਜਿਸ ਜਗ੍ਹਾ ਦੇ ਉੱਤੇ ਤੁਸੀਂ ਜੰਗਲ ਲਗਾਉਣਾ ਹੈ ਉਹ 6 ਤੋਂ 8 ਘੰਟੇ ਉੱਥੇ ਧੁੱਪ ਆਉਣੀ ਚਾਹੀਦੀ ਹੈ ਤਾਂ ਕਿ ਜਿਹੜੇ ਬੂਟੇ ਨੇ ਉੱਥੇ ਲਗਾਉਣੇ ਆ ਉਹ ਆਪਣਾ ਸੂਰਜ ਦੀ ਰੋਸ਼ਨੀ ਨਾਲ ਆਪਣਾ ਭੋਜਨ ਆਪ ਬਣਾ ਸਕਣ। ਤੇ ਦੂਸਰੇ ਨੰਬਰ ਤੇ ਆਉਂਦੀ ਹੈ ਅੰਡਰਗਰਾਊਂਡ ਕਲੀਅਰੈਂਸ, ਜਾਣੇ ਕਿ ਜਿਹੜੀ ਆਪਣੀ ਜ਼ਮੀਨ ਹੈ ਉਹਦੇ ਥੱਲੇ ਕੋਈ ਵੀ ਸਾਨੂੰ ਆਲਤੂ ਫਾਲਤੂ ਸਮਾਨ ਨਹੀਂ ਚਾਹੀਦਾ ਹੁੰਦਾ। ਜਿਵੇਂ ਕਈ ਵਾਰੀ ਪਾਈਪਾਂ ਲੰਘਦੀਆਂ ਹੁੰਦੀਆਂ ਉੱਥੇ, ਮੰਨ ਲਓ ਸੀਵਰੇਜ ਦੀ ਪਾਈਪ ਲੰਘਦੀ ਹੁੰਦੀ ਹੈ, ਬਿਜਲੀ ਦੀਆਂ ਤਾਰਾਂ ਹੁੰਦੀਆਂ ਜਾਂ ਡਰੇਨ ਪਾਈਪ ਹੈ, ਕੁਝ ਵੀ ਇਸ ਤਰ੍ਹਾਂ ਦੀ ਚੀਜ਼ ਹੋਵੇ ਤਾਂ ਸਾਨੂੰ ਇਹ ਯਕੀਨਨ ਕਰਨਾ ਪੈਂਦਾ ਜਿਨ੍ਹਾਂ ਦੀ ਜਗ੍ਹਾ ਤੇ ਜਾ ਕੇ ਤੁਸੀਂ ਜੰਗਲ ਲਗਾਉਣਾ ਉਹਨਾਂ ਨੂੰ ਵੀ ਪੁੱਛ ਕੇ ਸਾਨੂੰ ਪਤਾ ਕਰਨਾ ਪੈਂਦਾ ਵੀ ਥੱਲੇ ਕੁਝ ਨਹੀਂ ਹੈਗਾ। ਕਿਉਂਕਿ ਜਦੋਂ JCB ਨਾਲ ਉੱਥੇ ਪਟਾਈ ਹੋਣੀ ਹੈ ਤਾਂ ਜੰਗਲ ਦੀ ਜ਼ਮੀਨ ਤਿਆਰ ਹੁੰਦੀ ਹੈ ਤਾਂ ਪਾਈਪਾਂ ਫਟ ਸਕਦੀਆਂ, ਸਾਰਾ ਪ੍ਰੋਜੈਕਟ ਜਿਹੜਾ ਰੁਕ ਜਾਂਦਾ। ਜਿਨ੍ਹਾਂ ਦੀ ਜਗ੍ਹਾ ਤੁਸੀਂ ਜੰਗਲ ਲਗਾ ਰਹੇ ਹੋ ਉਹਨਾਂ ਤੋਂ ਪੱਕਾ ਪੁੱਛਣਾ ਚਾਹੀਦਾ ਕਿ ਭਾਈ ਇੱਥੇ ਕੋਈ ਵੀ ਚੀਜ਼ ਪਾਈਪ ਵਰਗੀ ਜਾਂ ਤਾਰਾਂ ਨਹੀਂ ਨਿਕਲਣਗੀਆਂ, ਕਿਉਂਕਿ ਟੁੱਟੇ ਤੇ ਫਿਰ ਜ਼ਿੰਮੇਵਾਰੀ ਕੌਣ ਲੈ ਸਕੇ ਉਹਦੀ, ਤੇ ਨਾਲੇ ਪ੍ਰੋਜੈਕਟ ਦਾ ਵੀ ਨੁਕਸਾਨ ਹੁੰਦਾ। ਤੀਸਰੇ ਨੰਬਰ ਤੇ ਹੁੰਦੀ ਹੈ ਉਸ ਸਾਈਟ ਦੀ, ਉਸ ਸਥਾਨ ਦੀ ਸਾਫ਼ ਸਫਾਈ। ਜਦੋਂ ਅਸੀਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਾਈਦਾ ਜਾਂ ਸ਼ਹਿਰਾਂ 'ਚ ਵੀ ਜਾਈਦਾ ਤੇ ਕਈ ਥਾਵਾਂ ਤੇ ਸਾਨੂੰ ਮਿਲਿਆ ਉੱਥੇ ਕੂੜਾ ਕਰਕਟ, ਪਲਾਸਟਿਕ ਦੇ ਸਮਾਨ, ਗੈਰ ਕੁਦਰਤੀ ਚੀਜ਼ਾਂ, ਕੱਚ, ਬੋਤਲਾਂ, ਪੈਕਟ, ਉੱਥੇ ਕਈ ਤਰ੍ਹਾਂ ਦੇ ਇਹੋ ਜਿਹੇ ਸਮਾਨ ਹੁੰਦੇ ਜਿਹੜੇ ਕਿ ਗੈਰ ਕੁਦਰਤੀ ਹੁੰਦੇ ਆ ਤੇ ਮਿੱਟੀ ਦੇ ਵਾਸਤੇ ਉਹ ਹਾਨੀਕਾਰਕ ਹੁੰਦੇ ਆ। ਸੋ ਉਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਜ਼ਮੀਨ ਨੂੰ ਸਾਫ਼ ਰੱਖਣਾ ਹੁੰਦਾ, ਨਾ ਕੋਈ ਉੱਥੇ ਮਲਬਾ ਹੋਵੇ, ਰੋੜੀ, ਪੱਥਰ, ਇੱਟਾਂ, ਇਹ ਸਾਰੀਆਂ ਚੀਜ਼ਾਂ ਸਾਨੂੰ ਸਾਫ਼ ਕਰਨੀਆਂ ਜ਼ਰੂਰੀ ਨੇ। ਚੌਥੇ ਨੰਬਰ ਤੇ ਫਿਰ ਚਾਹੀਦੀ ਹੈ ਕਿ ਸਾਨੂੰ ਜਿਹੜੀ ਮਿੱਟੀ ਹੈ ਉਹ 3 ਫੁੱਟ ਤੱਕ ਇੱਕੋ ਜਿਹੀ ਹੋਣੀ ਚਾਹੀਦੀ ਹੈ। ਇਸ ਤੋਂ ਭਾਵ ਇਹ ਹੈ ਕਿ ਮਿੱਟੀ ਦੇ ਵਿੱਚ ਜਿਹੜੀ ਆ ਗੱਠਾਂ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਥੱਲੇ ਵੀ ਖੁਦਾਈ ਕਰਕੇ ਦੇਖਦੇ ਹਾਂ ਕਈ ਵਾਰੀ ਕਿ ਨੀਚੇ ਕੋਈ ਮਲਬਾ ਤਾਂ ਨਹੀਂ। ਇੱਕ ਸਾਡਾ ਪੁਰਾਣਾ ਐਕਸਪੀਰੀਅੰਸ ਇਸ ਤਰ੍ਹਾਂ ਰਿਹਾ ਕਿ ਅਸੀਂ ਇੱਕ ਜਗ੍ਹਾ ਕੰਮ ਕਰਨ ਗਏ ਤੇ ਉੱਥੇ ਫਾਊਂਡੇਸ਼ਨ ਸਟੋਨ, ਜਾਣੇ ਕਿ ਨੀਂਹ ਪੱਥਰ ਨਿਕਲੇ ਤੇ JCB ਨੇ ਬਹੁਤ ਮੁਸ਼ਕਲ ਨਾਲ ਉੱਥੇ ਕੱਢੇ ਤੇ ਕਈ ਟਰੱਕ ਮਿੱਟੀ ਸਾਨੂੰ ਉੱਥੇ ਮੰਗਵਾਉਣੀ ਪਈ। ਸੋ 3 ਨੀਂਹ ਪੱਥਰਾਂ ਦੇ ਕਰਕੇ ਸਾਡੇ ਕਈ ਦਿਨ ਪ੍ਰੋਜੈਕਟ ਦੀ ਜਿਹੜੀ ਹੈ ਉਹਦਾ ਟਾਈਮ ਵੱਧ ਗਿਆ। ਤੇ ਪਰ ਜ਼ਰੂਰੀ ਇਹ ਇੱਕ ਧਿਆਨ ਰੱਖਣਾ ਕਿ ਜਿਹੜੀ ਜ਼ਮੀਨ ਦੇ ਵਿੱਚ ਮਿੱਟੀ ਹੈ 3 ਫੁੱਟ ਤੱਕ ਯੂਨੀਫਾਰਮ ਹੋਣੀ ਚਾਹੀਦੀ, ਇੱਕੋ ਜਿਹੀ ਹੋਣੀ ਚਾਹੀਦੀ ਹੈ। 5ਵਾਂ ਨੰਬਰ, ਉਸ ਸਥਾਨ ਦੇ ਉੱਤੇ ਜਿੱਥੇ ਅਸੀਂ ਜੰਗਲ ਲਗਾਉਣਾ ਪਾਣੀ ਦੀ ਮੌਜੂਦਗੀ ਹੋਣੀ ਜ਼ਰੂਰੀ ਹੈ। ਪਾਣੀ 2 ਸਾਲ ਵਾਸਤੇ ਜਿਹੜਾ ਪਹਿਲਾ ਟਾਈਮ ਹੁੰਦਾ, ਬੂਟਿਆਂ ਨੂੰ ਰੋਜ਼ ਪਾਣੀ ਦੇਣਾ ਪੈਂਦਾ ਤੇ ਬੂਟਿਆਂ ਵਾਸਤੇ ਵਧਣ ਵਾਸਤੇ ਸਭ ਤੋਂ ਜਿਹੜੀ ਮੁੱਢਲੀ ਜ਼ਰੂਰਤ ਹੈ ਉਹ ਪਾਣੀ ਹੈ। ਜੇ ਪਾਣੀ ਨਹੀਂ ਹੋਊਗਾ ਤੁਹਾਡਾ ਪ੍ਰੋਜੈਕਟ ਫੇਲ ਹੋ ਜਾਏਗਾ ਤੇ ਬੂਟੇ ਵਧਣਗੇ ਨਹੀਂ ਤੇ ਜੰਗਲ ਉੱਥੇ ਸਫਲ ਨਹੀਂ ਹੋਊਗਾ। ਸੋ ਪਾਣੀ ਦਾ ਉੱਥੇ ਮਾਰਕ ਕਰਨਾ ਜ਼ਰੂਰੀ ਹੈ ਕਿ ਉੱਥੇ ਪਾਈਪ ਆਉਂਦੀ ਹੈ ਤੇ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਜਿਹੜੀ ਪਾਈਪ ਨਾਲ ਅਸੀਂ ਪਾਣੀ ਦੇਣਾ ਉੱਥੇ ਜਿੱਥੇ ਜੰਗਲ ਲਗਾਉਣਾ ਉੱਥੇ ਪਾਣੀ ਪਹੁੰਚ ਸਕਦਾ ਕਿ ਨਹੀਂ। ਕਈ ਵਾਰ ਹੁੰਦਾ 200 ਫੁੱਟ ਤੇ ਪਾਣੀ ਹੈ ਜਾਂ 100 ਫੁੱਟ ਤੇ ਜਾਂ 50 ਫੁੱਟ ਤੇ ਹੈ, ਤਾਂ ਉੱਥੇ ਤੱਕ ਪਾਣੀ ਲੈ ਕੇ ਆਉਣਾ ਜ਼ਰੂਰੀ। ਉਹ ਤੁਹਾਡਾ ਆਪਣਾ ਰਿਸਪੌਂਸਿਬਿਲਟੀ, ਤੁਹਾਡੀ ਆਪਣੀ ਉਹ ਜ਼ਿੰਮੇਵਾਰੀ ਬਣਦੀ ਆ ਜਿਨ੍ਹਾਂ ਨੇ ਜੰਗਲ ਲਵਾਉਣਾ। ਤੇ ਉੱਥੇ ਜਾ ਕੇ ਪਾਣੀ ਦੀ ਮੌਜੂਦਗੀ, ਪਾਣੀ ਦਾ ਜਿਹੜਾ ਮੁਕੰਮਲ ਪ੍ਰੈਸ਼ਰ ਵੀ ਆਉਣਾ ਦੇਖਣਾ ਪਿੱਛੋਂ ਕਿ ਉਸ ਪ੍ਰੈਸ਼ਰ ਦੇ ਨਾਲ ਆ ਰਿਹਾ ਕਿ ਤੁਸੀਂ ਜਿਸ ਭੂਮੀ ਤੇ ਉੱਤੇ ਜੰਗਲ ਲਗਾਇਆ ਇੱਕ ਬੂਟੇ ਨੂੰ ਚੰਗੀ ਤਰ੍ਹਾਂ ਪਾਣੀ ਪੁੱਜਦਾ ਕੀਤਾ ਜਾ ਸਕੇ। 6ਵੇਂ ਨੰਬਰ ਤੇ ਅਸੀਂ ਦੇਖਣੀ ਹੈ ਚੀਜ਼ ਕਿ ਜਦੋਂ ਜੰਗਲ ਲੱਗਦਾ ਉੱਥੇ ਇਕੱਲੇ ਬੂਟੇ ਨਹੀਂ ਆਉਂਦੇ, ਉੱਥੇ ਕਈ ਵਾਰੀ ਟਰਾਲੀਆਂ ਤੇ ਤੁਹਾਡੇ ਕੋਲ ਸਮਾਨ ਆਉਣਾ, ਰੂੜੀ ਲੈ ਕੇ ਆਉਣੀ ਹੈ, ਤੂੜੀ ਲੈ ਕੇ ਆਉਣੀ ਹੈ, ਟਰਾਲੀ ਲੰਘਣੀ ਹੈ, JCB ਲੰਘਣੀ, ਤੇ ਜਿੰਨਾ ਮਾਲ ਉੱਥੇ ਆਉਣਾ ਉੱਥੇ ਹਰ ਚੀਜ਼ ਨੂੰ ਉੱਥੇ ਉਤਾਰਨ ਵਾਸਤੇ ਤੁਹਾਡੇ ਕੋਲ ਜੰਗਲ ਲਗਾਉਣ ਦੀ ਜਗ੍ਹਾ ਤੋਂ ਇਲਾਵਾ ਵੀ ਕੁਝ ਜਗ੍ਹਾ ਹੋਣੀ ਚਾਹੀਦੀ ਹੈ।
ਸੋ ਉਹ ਜਗ੍ਹਾ ਤੇ ਜਿੱਥੇ ਮਿਕਸ ਵੀ ਕਰਨਾ ਤੁਸੀਂ ਮਿੱਟੀ ਦੇ ਨਾਲ, ਸੋ ਇਹ ਸਾਨੂੰ ਫालतू ਥਾਂ ਉਨੀ ਕੁ ਚਾਹੀਦੀ ਹੁੰਦੀ ਹੈ, ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਸੇ ਤਰ੍ਹਾਂ 7ਵਾਂ ਜਿਹੜਾ ਨੁਕਤਾ ਇਹ ਹੈ ਕਿ ਜਿਸ ਜਗ੍ਹਾ ਤੁਸੀਂ ਜੰਗਲ ਲਗਾਉਣ ਜਾਣਾ ਉੱਥੇ ਤੁਹਾਡੇ ਕੋਲ ਬੂਟੇ ਜਿਹੜੇ ਲਗਾਉਣੇ ਆ ਉਹਨਾਂ ਨੂੰ ਰੱਖਣ ਦੀ ਥਾਂ ਚਾਹੀਦੀ ਹੈ। ਪ੍ਰੋਜੈਕਟ ਜਦੋਂ ਸ਼ੁਰੂ ਹੁੰਦਾ ਤਾਂ ਅਸੀਂ ਉੱਥੇ ਬੂਟੇ ਲੈ ਕੇ ਆਉਂਦੇ ਹਾਂ, ਕਈ ਪ੍ਰਜਾਤੀਆਂ ਦੇ ਬੂਟੇ ਲਿਆਉਣੇ ਆ, ਅਤੇ ਉੱਥੇ ਕਈ ਵਾਰੀ ਸਾਨੂੰ ਜ਼ਰੂਰਤ ਪੈਂਦੀ ਕਿ ਹਰੀ ਚਾਦਰ ਲਗਾ ਕੇ ਜਾਂ ਟੈਂਟ ਲਗਾ ਕੇ ਉੱਥੇ ਇੱਕ ਛਾਂਦਾਰ ਜਗ੍ਹਾ ਬਣਾਈ ਜਾ ਸਕੇ ਜਿੱਥੇ ਕਿ ਸੂਰਜ ਦੀ ਰੋਸ਼ਨੀ ਥੋੜ੍ਹੀ ਜਿਹੀ ਮੱਧਮ ਹੋ ਕੇ ਡਿੱਗੇ ਤਾਂ ਕਿ ਬੂਟੇ ਸੜਨ ਨਾ। ਅਤੇ ਕਈ ਵਾਰੀ ਸਾਨੂੰ ਇੱਦਾਂ ਦੇ ਪੁਰਾਣੇ ਰੁੱਖ ਵੀ ਮਿਲ ਜਾਂਦੇ ਜਿਹਦੇ ਥੱਲੇ ਅਸੀਂ ਬੂਟੇ ਰੱਖ ਸਕਦੇ ਹਾਂ। ਉਹ ਰੁੱਖਾਂ ਦੇ ਥੱਲੇ ਬੂਟੇ ਰੱਖਣ ਲਈ ਸਾਨੂੰ ਇੱਕ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਉੱਥੇ ਕੋਈ ਪਸ਼ੂ ਜਾਂ ਕੋਈ ਹੋਰ ਬੱਕਰੀਆਂ ਕੋਈ ਆ ਕੇ ਉਹਨੂੰ ਚਰਨ ਨਾ, ਅਤੇ ਬੂਟਿਆਂ ਦਾ ਕਿਸੇ ਵੀ ਤਰ੍ਹਾਂ ਨਾਲ, ਕਿਸੇ ਇਨਸਾਨ ਕਰਕੇ, ਕਿਸੇ ਕੁੱਤੇ ਜਾਂ ਬਿੱਲੀ ਦੇ ਆਉਣ ਕਰਕੇ ਜਾਂ ਕਿਸੇ ਵੀ ਜਾਨਵਰ ਦੇ ਆਉਣ ਕਰਕੇ ਨੁਕਸਾਨ ਨਾ ਹੋਵੇ। ਅਤੇ ਇੱਕ ਗੱਲ ਹੋਰ ਧਿਆਨ ਰੱਖਣੀ ਹੈ ਕਿ ਜਿੱਥੇ ਅਸੀਂ ਬੂਟੇ ਰੱਖੀਏ ਉਹਦੇ ਨੇੜੇ ਤੇੜੇ ਪਾਣੀ ਦਾ ਕਨੈਕਸ਼ਨ ਜ਼ਰੂਰੀ ਹੈ ਕਿ 8 ਤੋਂ 10 ਦਿਨ ਜੇ ਪ੍ਰੋਜੈਕਟ ਚੱਲਦਾ ਜਾਂ ਜ਼ਿਆਦਾ ਦਿਨ ਵੀ ਕੋਈ ਵੱਡਾ ਪ੍ਰੋਜੈਕਟ ਹੈ ਚੱਲੇ ਤਾਂ ਉੱਥੇ ਬੂਟਿਆਂ ਨੂੰ ਲਗਾਤਾਰ ਪਾਣੀ ਦਿੱਤਾ ਜਾ ਸਕੇ ਰੋਜ਼, ਕਿ ਤੁਹਾਡੀ ਨਰਸਰੀ ਜਿਹੜੀ ਸੀ ਟੈਂਪਰੇਰੀ ਨਰਸਰੀ ਬਣਾਈ ਹੈ ਉੱਥੇ ਬੂਟੇ ਮਰ ਨਾ ਜਾਣ। 8ਵਾਂ ਨੁਕਤਾ ਇਹ ਹੈ ਕਿ ਤੁਹਾਡਾ ਜਿਹੜਾ ਪ੍ਰੋਜੈਕਟ ਸਾਈਟ ਹੈ ਜਿੱਥੇ ਤੁਸੀਂ ਜੰਗਲ ਲਗਾਉਣਾ ਹੈ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ। ਕਈ ਵਾਰੀ ਅਸੀਂ ਉੱਥੇ ਵਾੜ ਲਗਾ ਦਿੰਦੇ ਹਾਂ, ਕਈ ਵਾਰੀ ਉੱਥੇ ਆਮ ਤੌਰ 'ਤੇ ਕਈ ਵਾਰੀ ਝਾੜੀਆਂ ਲੱਗੀਆਂ ਹੁੰਦੀਆਂ ਕੰਢਿਆਂ ਵਾਲੀ ਜਿਹਦੇ 'ਚ ਪਸ਼ੂ ਐਂਟਰ ਨਹੀਂ ਕਰ ਸਕਦੇ, ਜਾਂ ਇਸ ਤਰ੍ਹਾਂ ਵੀ ਦੇਖਿਆ ਗਿਆ ਕਿ ਸਕੂਲਾਂ ਦੇ ਵਿੱਚ ਜਦੋਂ ਅਸੀਂ ਪ੍ਰੋਜੈਕਟ ਲਗਾਉਂਦੇ ਹਾਂ ਉੱਥੇ 4 ਦੀਵਾਰੀ ਪਹਿਲਾਂ ਹੀ ਹੁੰਦੀ ਅਤੇ ਇੱਕ ਗੇਟ ਲੱਗਾ ਹੁੰਦਾ, ਉੱਥੋਂ ਜਾਣ ਆਉਣ ਦਾ ਰਾਹ ਬਣਿਆ ਹੁੰਦਾ। ਅਤੇ ਇਹੋ ਜਿਹੀਆਂ ਥਾਵਾਂ 'ਤੇ ਜੰਗਲ ਲਗਾਉਣਾ ਸੁਰੱਖਿਅਤ ਹੈ ਕਿਉਂਕਿ ਇੱਥੇ ਪਸ਼ੂ ਜਾਂ ਕੋਈ ਇਨਸਾਨ ਆਮ ਤੌਰ 'ਤੇ ਕੋਈ ਫਰੀਲੀ ਮਤਲਬ ਖੁੱਲ੍ਹੇਆਮ ਵੜ ਨਹੀਂ ਸਕਦਾ ਅਤੇ ਉਸ ਜੰਗਲ ਦਾ ਨੁਕਸਾਨ ਨਹੀਂ ਹੁੰਦਾ। ਫਿਰ 9ਵਾਂ ਨੁਕਤਾ ਕਿ ਲੇਬਰ ਜਿਹੜੀ ਉੱਥੇ ਆਉਣੀ ਹੈ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਵੀ ਆਰਾਮ ਕਰਨ ਦੀ ਜਗ੍ਹਾ ਚਾਹੀਦੀ ਹੁੰਦੀ ਹੈ। ਆਮ ਤੌਰ 'ਤੇ ਕੋਈ ਛੋਟਾ ਕਮਰਾ ਮਿਲ ਜਾਂਦਾ ਜਾਂ ਕੋਈ ਪੁਰਾਣਾ ਰੁੱਖ ਹੁੰਦਾ ਜਿਹਦੇ ਥੱਲੇ ਬੈਠ ਕੇ ਉਹਨਾਂ ਨੂੰ ਸਾਹ ਲੈਣ ਦਾ ਸਮਾਂ ਮਿਲ ਜਾਂਦਾ, ਜਾਂ ਕਈ ਵਾਰੀ ਉੱਥੇ ਸਾਨੂੰ ਸਪੈਸ਼ਲ ਟੈਂਟ ਵੀ ਲਵਾਉਣੇ ਪੈਂਦੇ ਕਿ ਲੇਬਰ ਜਿਹੜੀ ਹੈ ਗਰਮੀ 'ਚ ਕੰਮ ਕਰਦੀ ਜਾਂ ਸਰਦੀ 'ਚ ਕੰਮ ਕਰਦੀ ਹੈ ਉਹਨਾਂ ਦੇ ਬੈਠਣ ਦੀ ਜਗ੍ਹਾ ਹੋਵੇ, ਉੱਥੇ ਰੋਟੀ ਦੇ ਟਾਈਮ ਰੋਟੀ ਖਾ ਸਕਣ। ਅਤੇ ਪਾਣੀ ਦਾ ਪ੍ਰਬੰਧ ਵੀ ਉੱਥੇ ਕਰਨਾ ਜ਼ਰੂਰੀ ਹੁੰਦਾ ਕਿ ਲੇਬਰ ਜਿਹੜੀ ਕੰਮ ਕਰਦੀ ਹੈ ਉਹਦੀ ਜਿਹੜੀ ਚਾਲ ਬਣੀ ਹੁੰਦੀ ਕੰਮ ਦੀ ਉਹਦੇ 'ਚ ਰੁਕਾਵਟ ਨਾ ਆਵੇ ਅਤੇ ਨਿਰੰਤਰ ਪ੍ਰੋਜੈਕਟ ਨੂੰ ਅਸੀਂ ਮੁਕੰਮਲ ਕਰਦੇ ਚੱਲੀਏ। 10ਵਾਂ ਨੁਕਤਾ ਉੱਥੇ ਸਾਈਟ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਸਾਡਾ ਔਨ ਸਾਈਟ ਆਫਿਸ ਹੋਣਾ ਜ਼ਰੂਰੀ ਹੈ। ਕੋਈ ਵੀ ਛੋਟਾ ਜਿਹਾ ਟੇਬਲ ਹੋਵੇ, ਕੋਈ ਤੁਹਾਡੇ ਕੋਲ ਬੈਠਣ ਲਈ ਮੂਹੜਾ ਹੋਵੇ, ਕੁਰਸੀ ਹੋਵੇ, ਜਿੱਥੇ ਤੁਸੀਂ ਜਿਹੇ ਜਿਹੇ ਆਪਾਂ ਡਾਟੇ ਬਣਾਉਂਦੇ ਹਾਂ ਜਾਂ ਤੁਹਾਡਾ ਮੈਨੇਜਮੈਂਟ ਦਾ ਕੋਈ ਕੰਮ ਹੈ ਜਾਂ ਲੇਬਰ ਨਾਲ ਕੋਈ ਗੱਲਬਾਤ ਕਰਨੀ ਹੈ, ਕਿਸੇ ਨੂੰ ਕੋਈ ਲੈਣ ਦੇਣਾ ਹੈ, ਕੋਈ ਪੈਸੇ ਦੇਣੇ ਲੈਣੇ ਆ, ਜਾਂ ਕੁਛ ਵੀ ਲਿਖਤੀ ਜਾਂ ਕੰਪਿਊਟਰ 'ਤੇ ਕੰਮ ਕਰਨਾ, ਤੁਹਾਡੇ ਕੋਲ ਆਪਣੇ ਬੈਠਣ ਦੀ ਆਰਾਮ ਕਰਨ ਦੀ ਜਗ੍ਹਾ, ਉੱਥੇ ਪਾਣੀ ਦਾ ਕੈਂਪਰ ਕੋਈ ਜਾਂ ਘੜਾ, ਕੋਈ ਵੀ ਇੱਦਾਂ ਦਾ ਬੰਦੋਬਸਤ ਹੋਵੇ ਜਿੱਥੇ ਤੁਸੀਂ ਸਾਈਟ ਦੇ ਉੱਤੇ ਆਪਣਾ ਕੰਮ ਸਹੀ ਤਰ੍ਹਾਂ ਕਰ ਸਕੋ। ਮੈਂ ਅੱਗੇ ਚੱਲਦਾ। 11ਵਾਂ ਨੁਕਤਾ ਇਸ ਤਰ੍ਹਾਂ ਕਿ ਜਿਹੜੇ ਅਸੀਂ ਸੰਦ ਯੂਜ਼ ਕਰਨੇ ਉੱਥੇ ਜਿਹੜੇ ਸੰਦ ਵਰਤਨੇ ਆ ਉਹਦੇ ਚਾਹੇ ਕਈਆਂ ਨੇ, ਖੁਰਪੇ ਆ ਜਾਂ ਰੇਕਾਂ ਨੇ ਜਾਂ ਆਪਣੇ ਜਿੰਦਰੇ ਆ, ਇਹ ਸਾਰੀਆਂ ਚੀਜ਼ਾਂ ਜਿਹੜੇ ਜਿੰਨੇ ਵੀ ਔਜ਼ਾਰ ਆਪਾਂ ਵਰਤਨੇ ਜੰਗਲ ਲਗਾਉਣ ਵਾਸਤੇ ਉਹਨਾਂ ਨੂੰ ਸੁਰੱਖਿਅਤ ਤੌਰ 'ਤੇ ਰੱਖਣ ਵਾਸਤੇ ਇੱਕ ਕਮਰਾ ਜਿਹਦੇ ਉੱਤੇ ਤਾਲਾ ਲਗਾਉਣ ਦਾ ਤੁਹਾਡੇ ਕੋਲ ਹੋਵੇ ਬੰਦੋਬਸਤ। ਸੋ ਉਹ ਕਮਰਾ ਹੋਣਾ ਜ਼ਰੂਰੀ ਹੈ ਤਾਂ ਕਿ ਜਦੋਂ ਰੋਜ਼ ਸ਼ਾਮ ਨੂੰ ਕੰਮ ਖਤਮ ਹੁੰਦਾ ਇੱਕ ਵਾਰੀ ਸਾਰੇ ਜਿਹੜੇ ਸੰਦ ਨੇ ਉਹਨਾਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਉੱਥੇ ਉਸ ਨਿਯੁਕਤ ਥਾਂ ਦੇ ਉੱਤੇ ਰੱਖਿਆ ਜਾ ਸਕੇ ਅਤੇ ਸੁਰੱਖਿਆ ਦੇ ਕਰਕੇ ਉਹਨੂੰ ਤਾਲਾ ਲਗਾ ਕੇ ਉਹਨੂੰ ਰੱਖਿਆ ਜਾ ਸਕੇ ਅਤੇ ਉਹ ਤਾਲੇ ਦੀ ਚਾਬੀ ਤੁਹਾਡੀ ਟੀਮ ਦੇ ਵਿੱਚੋਂ ਕਿਸੇ ਇੱਕ ਬੰਦੇ ਦੇ ਕੋਲ ਹੋਵੇ ਕਿ ਜਦੋਂ ਵੀ ਉਸ ਪ੍ਰੋਜੈਕਟ ਦੇ ਉੱਤੇ ਉਹ ਆਵੇ ਉਹ ਬੰਦਾ ਰੋਜ਼ ਆਉਂਦਾ ਹੋਣਾ ਚਾਹੀਦਾ, ਉਸ ਪ੍ਰੋਜੈਕਟ ਦੀ ਸਾਰੀ ਜ਼ਿੰਮੇਵਾਰੀ ਉਹਦੇ ਕੋਲ ਹੋਵੇ ਤਾਂ ਕਿ ਰੋਜ਼ ਲੇਬਰ ਵਾਸਤੇ ਉੱਥੋਂ ਸਮਾਨ ਕੱਢ ਕੇ ਅਤੇ ਪ੍ਰੋਜੈਕਟ ਜਿਹੜਾ ਲਗਾਤਾਰਤਾ ਨਾਲ ਚੱਲਦਾ ਰਹੇ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੰਦਾਂ ਤੋਂ ਬਿਨਾਂ, ਔਜ਼ਾਰਾਂ ਤੋਂ ਬਿਨਾਂ ਪ੍ਰੋਜੈਕਟ ਖੜ੍ਹ ਜਾਂਦੇ ਆ। ਤਾਂ 12ਵੇਂ ਨੰਬਰ 'ਤੇ ਜਿਹੜੀ ਗੱਲ ਆਉਂਦੀ ਹੈ ਕਿ ਜਿੱਥੇ ਤੁਸੀਂ ਜੰਗਲ ਲਗਾਉਣਾ ਹੈ ਉਸ ਜੰਗਲ ਦੀ ਰੱਖ ਰਖਾਵ ਵਾਸਤੇ, ਉੱਥੇ ਦੀ ਸਾਂਭ ਸੰਭਾਲ ਵਾਸਤੇ, ਚਾਹੇ ਉੱਥੇ ਪਾਣੀ ਦੇਣਾ ਰੋਜ਼ ਜਾਂ ਮਹੀਨੇ ਬਾਅਦ ਉੱਥੇ ਜਿਹੜੀ ਜੜੀ ਬੂਟੀ ਉਗਦੀ ਹੈ ਉਹਨੂੰ ਪੱਟਣ ਦਾ ਕੰਮ ਹੋਵੇ, ਉਸ ਮੇਨਟੇਨੈਂਸ ਸਟਾਫ ਦਾ ਜਾਣੀ ਕਿ ਉਸ ਵਰਕਰ ਦਾ ਉੱਥੇ ਹੋਣਾ ਜ਼ਰੂਰੀ ਹੈ। ਤੁਹਾਨੂੰ ਪਤਾ ਹੋਵੇ ਕਿ ਕਿਹਨੇ ਇਸ ਜੰਗਲ ਦੀ ਰੱਖ ਰਖਾਵ ਕਰਨੀ ਹੈ ਅਤੇ ਉਸ ਬੰਦੇ ਨੂੰ ਨਾਲ ਤੁਸੀਂ ਜ਼ਿੰਮੇਵਾਰੀ ਨਾਲ ਸਿਖਾਓ ਕਿ ਇਸ ਜੰਗਲ ਦੀ ਦੇਖ ਰੇਖ ਕਿਵੇਂ ਕਰਨੀ ਹੈ। ਪਾਣੀ ਦੇਣ ਦਾ ਜਿਹੜਾ ਇੱਕ ਬਹੁਤ ਸਪੈਸ਼ਲ ਤਰੀਕਾ ਹੁੰਦਾ, ਜਿਵੇਂ ਮੀਂਹ ਪੈਂਦਾ ਉਹ ਸ਼ਾਵਰ ਹੈਡ ਦੇ ਨਾਲ ਉਹਨੂੰ ਸਿਖਲਾਈ ਕੀਤੀ ਜਾਵੇ, 2-4 ਮਿੰਟ ਦਾ ਹੀ ਕੰਮ ਹੈ ਅਤੇ ਉਹ ਬੰਦੇ ਦਾ ਹੋਣਾ ਉੱਥੇ ਜ਼ਰੂਰੀ ਹੈ, ਤੁਹਾਡਾ ਉਹਦੇ ਨਾਲ ਮੇਲ ਹੋਣਾ ਜ਼ਰੂਰੀ ਹੈ। ਜੋ ਉਹਨੂੰ ਤੁਸੀਂ ਸੁਨੇਹਾ ਦੇਣਾ ਜੰਗਲ ਦੀ ਦੇਖ ਰੇਖ ਬਾਰੇ ਉਹ ਦਿੱਤਾ ਜਾਣਾ ਚਾਹੀਦਾ ਜੰਗਲ ਲੱਗਦੇ। 13ਵੀਂ ਗੱਲ ਇਹ ਹੈ ਕਿ ਜਿਹੜੀ ਜੰਗਲ ਦੀ ਤੁਸੀਂ ਸਾਈਟ ਚੂਜ਼ ਕਰ ਰਹੇ ਹੋ, ਜਿੱਥੇ ਤੁਸੀਂ ਪਲਾਟ ਦੇ ਉੱਤੇ ਜੰਗਲ ਲਗਾਉਣਾ, ਉੱਥੇ ਧਿਆਨ ਰੱਖਣਾ ਇਹ ਜ਼ਰੂਰੀ ਹੈ ਕਿ ਉੱਤੋਂ ਕੋਈ ਬਿਜਲੀ ਦੀਆਂ ਤਾਰਾਂ ਜਾਂ ਕੋਈ ਵੀ ਤਰ੍ਹਾਂ ਦੀ ਕੇਬਲ ਜਿਹੜੀ ਹੈ ਉਹ ਲੰਘਦੀ ਨਾ ਹੋਵੇ। ਕਈ ਵਾਰੀ ਸਾਡੇ ਦੇਖਣ 'ਚ ਆਇਆ ਕਿ ਕਈ ਲੋਕ ਜੰਗਲ ਲਗਾ ਦਿੰਦੇ ਜਾਂ ਉੱਥੇ ਬੂਟੇ ਲਗਾਉਂਦੇ ਆ ਅਤੇ ਜਦੋਂ ਬੂਟਾ ਵੱਡਾ ਹੁੰਦਾ ਉਹ ਬਿਲਕੁਲ ਜਾ ਕੇ ਤਾਰਾਂ 'ਚ ਵੱਜਦਾ ਅਤੇ ਮੁੜ ਕੇ ਲੋਕ ਪਰੇਸ਼ਾਨ ਹੁੰਦੇ ਆ, ਬਿਜਲੀ ਮਹਿਕਮੇ ਵਾਲੇ ਪਰੇਸ਼ਾਨ ਹੁੰਦੇ ਆ, ਕੇਬਲ ਵਾਲੇ ਪਰੇਸ਼ਾਨ ਹੁੰਦੇ ਆ।
ਤੇ ਕਈ ਵਾਰੀ ਸਾਨੂੰ ਦੇਖਣ ਚ ਆਇਆ ਕਿ ਬੂਟੇ ਨੂੰ ਵੱਢਣਾ ਪੈਂਦਾ ਜਾਂ ਹਰ ਸਾਲ ਉਹਨੂੰ ਛਾਂਗਣਾ ਪੈਂਦਾ, ਉਹਦੀ ਕਟਾਈ ਕਰਨੀ ਪੈਂਦੀ ਹੈ। ਇਹ ਵਾਧੂ ਮੁਸੀਬਤ ਸਾਨੂੰ ਲੈਣ ਦੀ ਜ਼ਰੂਰਤ ਨਹੀਂ ਹੈ। ਪਹਿਲਾਂ ਹੀ ਧਿਆਨ ਰੱਖੋ, ਜੇ ਉੱਪਰੋਂ ਤਾਰਾਂ ਜਾਂਦੀਆਂ ਤੇ ਉੱਥੇ ਜੰਗਲ ਨਹੀਂ ਲੱਗ ਸਕਦਾ, ਜਾਂ ਤਾਰਾਂ ਹਟਵਾਈਆਂ ਜਾਣ, ਤੇ ਜਾਂ ਫਿਰ ਫੈਸਲਾ ਇਹ ਹੋਣਾ ਚਾਹੀਦਾ ਜੰਗਲ ਥੋੜ੍ਹਾ ਉਰੇ ਪਰੇ ਹਟ ਕੇ ਲਗਾਇਆ ਜਾਵੇ। ਇਹ ਧਿਆਨ ਰੱਖਣਾ ਜ਼ਰੂਰੀ ਹੈ। ਫਿਰ 14ਵੇਂ ਨੰਬਰ ਤੇ ਗੱਲ ਇਹ ਹੈ ਕਿ ਜਦੋਂ ਅਸੀਂ ਸਾਈਟ ਤੇ ਜਾਂਦੇ ਹਾਂ ਉੱਥੇ ਕੋਈ ਨਾ ਕੋਈ ਪੁਰਾਣੇ ਰੁੱਖ ਹੁੰਦੇ ਆ। ਕਈ ਰੁੱਖ ਇਸ ਤਰ੍ਹਾਂ ਦੇ ਹੁੰਦੇ ਕਿ ਜਿਹੜੇ ਕਿ ਬਾਹਰਲੇ ਹੁੰਦੇ, ਆਪਣੀਆਂ ਮੂਲ ਪ੍ਰਜਾਤੀਆਂ ਨਹੀਂ ਹੁੰਦੀਆਂ, ਤੇ ਜ਼ਿਆਦਾਤਰ ਜ਼ਰੂਰੀ ਇਹ ਹੁੰਦਾ ਕਿ ਜਿਹੜੀਆਂ ਮੂਲ ਪ੍ਰਜਾਤੀਆਂ ਨਹੀਂ ਹੈ ਉਹਨਾਂ ਨੂੰ ਜੇ ਸਾਈਟ ਦੇ ਉੱਤੇ ਰੱਖਣਾ ਹੀ ਨਹੀਂ ਚਾਹੀਦਾ, ਉਹਨਾਂ ਨੂੰ ਸਾਨੂੰ ਕੱਟਣਾ ਹੀ ਪੈਂਦਾ। ਪਰ ਜੇ ਉੱਥੇ ਕੋਈ ਐਸੀ ਪ੍ਰਜਾਤੀ ਹੈ ਜਿਹੜੀ ਕਿ ਤੁਸੀਂ ਆਪ ਲਗਾਉਣੀ ਹੈ ਤੇ ਉਹ ਮੂਲ ਪ੍ਰਜਾਤੀ ਹੈ, ਤਾਂ ਫਿਰ ਕਿਉਂਕਿ ਉੱਥੇ ਉਹ ਛਾਂ ਕਰਦੇ ਆ, ਜਿਹੜੇ ਬੂਟੇ ਉਹਦੇ ਇਰਦ ਗਿਰਦ ਲੱਗਣੇ, ਉੱਥੇ ਪਰਛਾਵਾਂ ਆਊਗਾ ਤੇ ਬੂਟਿਆਂ ਨੂੰ ਜਿਹੜੀ ਆ ਪੂਰੀ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ, ਤਾਂ ਉਸ ਕਰਕੇ ਉਹਨਾਂ ਨੂੰ ਛਾਂਗਣਾ ਜਿਹੜਾ ਇਹ ਸਾਲ ਡੇਢ ਸਾਲ ਉਹਨਾਂ ਨੂੰ ਲਗਾਤਾਰ ਛਾਂਗਣਾ ਜ਼ਰੂਰੀ ਹੁੰਦਾ, ਜਦ ਤੱਕ ਕਿ ਬਾਕੀ ਬੂਟੇ ਉਹਦੀ ਹਾਈਟ ਤੱਕ ਨਾ ਪਹੁੰਚ ਜਾਣ। ਤੇ ਇਸ ਦੇ ਨਾਲ ਹੀ 15ਵਾਂ ਜਿਹੜਾ ਨੁਕਤਾ ਇਹ ਹੈ ਕਿ ਜਿਹੜੀ ਜਗ੍ਹਾ ਤੇ ਤੁਸੀਂ ਜੰਗਲ ਲਗਾਉਣਾ ਉੱਥੇ ਕਈ ਤਰ੍ਹਾਂ ਦੇ ਟਰੱਕ ਆਉਣੇ ਆ, ਟਰਾਲੀਆਂ ਆਉਣੀਆਂ ਤੇ ਟਰੈਕਟਰ ਆਉਂਦੇ ਆ, ਗੱਡੀਆਂ ਆਉਂਦੀਆਂ ਉੱਥੇ, ਕਿਉਂਕਿ ਸਮਾਨ ਆਉਂਦੇ, ਲੋਕ ਆਉਂਦੇ ਜਿਨ੍ਹਾਂ ਨੇ ਜੰਗਲ ਬਣਾਉਣਾ, ਮਜ਼ਦੂਰਾਂ ਨੇ ਆਉਣਾ, ਸਾਈਕਲ ਸਕੂਟਰ ਵੀ ਆਉਣੇ ਆ। ਤਾਂ ਆਮ ਤੌਰ ਤੇ ਅਸੀਂ ਦੇਖਣਾ ਜ਼ਰੂਰੀ ਸਮਝਦੇ ਹਾਂ ਕਿ ਉੱਥੇ ਰਸਤਾ ਹੋਣਾ ਚਾਹੀਦਾ, ਜਿਹੜਾ ਕਿ ਸੜਕ ਤੋਂ ਜਿੱਥੋਂ ਤੁਸੀਂ ਆਉਣਾ ਤੇ ਸਾਈਟ ਤੱਕ ਪੂਰੀ ਉਹਦੀ ਕਨੈਕਟੀਵਿਟੀ ਹੋਵੇ, ਕਿ JCB ਆਵੇ ਉਹ ਸਿੱਧੀ ਉੱਥੇ ਪਹੁੰਚ ਸਕੇ, ਕਿਸੇ ਟਰਾਲੀ ਨੇ ਆਉਣਾ ਟਰੈਕਟਰ ਦੇ ਨਾਲ ਤੇ ਉੱਥੇ ਲਿਆ ਕੇ ਮਾਲ ਨੂੰ ਉੱਥੇ ਅਨਲੋਡ ਕੀਤਾ ਜਾ ਸਕੇ। ਸੋ ਅਨਲੋਡਿੰਗ ਦਾ ਏਰੀਆ ਜਿਵੇਂ ਪਹਿਲਾਂ ਗੱਲ ਕੀਤੀ ਹੈ, ਉਹਦੇ ਨਾਲ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਰਸਤਾ ਜਿਹੜਾ ਉਹ ਕਲੀਅਰ ਹੋਵੇ, ਰਸਤੇ 'ਚ ਕੋਈ ਇਹੋ ਜਿਹੇ ਟੋਏ ਨਹੀਂ ਹੋਣੇ ਚਾਹੀਦੇ ਕਿ ਤੁਹਾਡਾ ਸਮਾਨ ਪਹੁੰਚ ਹੀ ਨਾ ਸਕੇ। ਤੇ ਕਈ ਵਾਰੀ ਇੱਦਾਂ ਹੁੰਦਾ ਉੱਥੇ ਰਸਤੇ 'ਚ ਇਹੋ ਜਿਹੇ ਆਪਣੇ ਮਲਬੇ ਪਏ ਹੁੰਦੇ, ਕੋਈ ਲੋਕ ਇਹੋ ਜਿਹੀ ਜਗ੍ਹਾ ਆਫਰ ਕਰਦੇ ਨੇ ਜਿੱਥੇ ਪਹੁੰਚਣਾ ਹੀ ਇੰਨਾ ਮੁਸ਼ਕਿਲ ਹੁੰਦਾ ਕਿ ਜੰਗਲ ਲੱਗ ਹੀ ਨਹੀਂ ਸਕਦਾ। ਸੋ ਇਹ ਗੱਲ ਧਿਆਨ ਰੱਖਣਾ, ਉੱਥੇ ਸਮਾਨ ਪਹੁੰਚਣਾ ਜ਼ਰੂਰੀ ਹੈ, ਬਿਨਾਂ ਸਮਾਨ ਤੋਂ ਜੰਗਲ ਲੱਗ ਹੀ ਨਹੀਂ ਸਕਦਾ। ਤੇ ਅਖੀਰਲਾ ਜਿਹੜਾ 16ਵਾਂ ਨੁਕਤਾ ਇਹ ਹੈ ਕਿ ਜਿਨ੍ਹਾਂ ਵੀ ਲੋਕਾਂ ਨੇ ਉੱਥੇ ਕੰਮ ਕਰਨਾ, ਸਾਈਟ ਤੇ ਜੋ ਵੀ ਲੋਕ ਮੌਜੂਦ ਨੇ, ਉਹਨਾਂ ਨੂੰ ਮੂੰਹ ਹੱਥ ਪੈਰ ਆਪਣੇ ਧੋਣ ਦੀ ਜਗ੍ਹਾ ਹੋਣੀ ਚਾਹੀਦੀ ਹੈ, ਤੇ ਨਾਲ ਹੀ ਉੱਥੇ ਵਾਸ਼ਰੂਮ ਏਰੀਆ ਹੋਣਾ ਚਾਹੀਦਾ ਜਿੱਥੇ ਕਿ ਜ਼ਰੂਰਤ ਵੇਲੇ ਕੋਈ ਵੀ ਉੱਥੇ ਜਾ ਕੇ ਆਪਣਾ ਇਹ ਟਾਇਲਟਸ ਦਾ, ਵਾਸ਼ਰੂਮਸ ਦਾ ਪ੍ਰਯੋਗ ਕਰ ਸਕੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਗਿਣਾਈਆਂ, ਕੱਲੀ ਚੀਜ਼ ਬਹੁਤ ਹੀ ਇੰਪੋਰਟੈਂਟ ਹੈ, ਬਹੁਤ ਹੀ ਲਾਭਦਾਇਕ ਹੋਏਗੀ ਜਦੋਂ ਤੁਸੀਂ ਪ੍ਰੋਜੈਕਟ ਸ਼ੁਰੂ ਕਰਦੇ ਹੋ। ਜੇ ਸਾਰੀ ਚੈੱਕਲਿਸਟ ਤੁਸੀਂ ਓਕੇ ਕੀਤੀ ਹੋਈ ਹੈ ਤਾਂ ਤੁਹਾਡਾ ਪ੍ਰੋਜੈਕਟ ਜਿਹੜਾ ਉਹਦੀ ਚਾਲ 'ਚ ਰੁਕਾਵਟ ਨਹੀਂ ਆਉਂਦੀ। ਤੇ ਜਦੋਂ ਅਸੀਂ ਦੇਖਦੇ ਹਾਂ ਕੋਈ ਚੀਜ਼ ਇਹੋ ਜਿਹੀ ਹੈ, ਜੇ ਮੰਨ ਲਓ ਤੁਹਾਨੂੰ ਦਰਅਸਲ ਕਹਿ ਦਿੰਦਾ ਕੋਈ ਤੁਹਾਡਾ ਸਾਈਟ ਆਫਿਸ ਨਹੀਂ ਹੈ, ਜਾਂ ਲੇਬਰ ਦੇ ਰੈਸਟ ਕਰਨ ਲਈ ਏਰੀਆ ਨਹੀਂ ਹੈ, ਜਾਂ ਉੱਥੇ ਟਾਇਲਟਸ ਨਹੀਂ ਹੈ, ਕੋਈ ਵੀ ਇੱਕ ਚੀਜ਼ ਦੀ ਅਣਹੋਂਦ ਤੁਹਾਡੇ ਪ੍ਰੋਜੈਕਟ ਦੀ ਸਪੀਡ, ਉਹਦੀ ਚਾਲ ਵਿੱਚ ਬਹੁਤ ਵੱਡੀ ਰੁਕਾਵਟ ਪੈਦਾ ਕਰ ਸਕਦੀ ਹੈ। ਕਰਕੇ ਤੁਸੀਂ ਇਹ ਚਾਹੁੰਦੇ ਹੁੰਦੇ ਹੋ ਕਿ ਆਪਣਾ ਜਿਹੜਾ ਪ੍ਰੋਜੈਕਟ ਦੀ ਕਾਸਟ ਹੈ ਉਹ ਅਸੀਂ ਘਟਾਉਣੀ ਹੈ, ਪ੍ਰੋਜੈਕਟ ਨੂੰ ਬਹੁਤ ਸਹੂਲੀਅਤ ਦੇ ਨਾਲ, ਬੜੀ ਆਪਣੇ ਵਧੀਆ ਤਰੀਕੇ ਦੇ ਨਾਲ ਅਸੀਂ ਮੁਕੰਮਲ ਕਰਨਾ ਹੁੰਦਾ। ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਜੇ ਧਿਆਨ ਰੱਖ ਲਈਏ ਤਾਂ ਪ੍ਰੋਜੈਕਟ ਬਹੁਤ ਜ਼ਿਆਦਾ ਸਮੂਥਲੀ, ਬਿਨਾਂ ਰੁਕਾਵਟ, ਸੋਹਣੀ ਚਾਲ ਨਾਲ ਤੁਰਿਆ ਰਹਿੰਦਾ। ਇਸ ਕਰਕੇ ਇਹ ਸਾਰੀ ਜਿਹੜੀ ਚੈੱਕਲਿਸਟ ਹੈ ਇਹਨੂੰ ਦੇਖਣਾ ਤੇ ਇਹਨੂੰ ਪਰਖਣਾ ਤੇ ਇਹਨੂੰ ਓਕੇ ਕਰਨਾ ਬਹੁਤ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਆਪਣਾ ਪ੍ਰੋਜੈਕਟ ਸ਼ੁਰੂ ਕਰੋ। ਸੋ ਜਦੋਂ ਅਸੀਂ ਇਹ 16 ਦੇ 16 ਨੁਕਤਿਆਂ ਦੀ ਚੈੱਕਲਿਸਟ ਬਣਾਉਂਦੇ ਹਾਂ ਤੇ ਸਾਨੂੰ ਕੋਈ ਪ੍ਰੋਜੈਕਟ ਆਉਂਦਾ ਤੇ ਜਾਂਦੇ ਹੀ ਸਾਰਾ ਕੁਝ ਮੁਕੰਮਲ ਨਹੀਂ ਹੁੰਦਾ। ਤੇ ਜਿਹੜੀਆਂ ਚੀਜ਼ਾਂ ਮੁਕੰਮਲ ਨਾ ਹੋਣ, ਜਿਵੇਂ ਮੰਨ ਲਓ ਮਿੱਟੀ ਦੇ ਵਿੱਚ ਤੁਹਾਨੂੰ ਮਲਬਾ ਲੱਭਦਾ, ਤੁਸੀਂ ਉੱਥੇ ਗੋਲਾ ਪਾ ਕੇ ਲਿਖ ਸਕਦੇ ਹੋ ਕਿ ਇਹ ਮੁਕੰਮਲ ਨਹੀਂ ਹੈ ਕੰਮ। ਉੱਥੇ ਮੰਨ ਲਓ ਲੇਬਰ ਦਾ ਰੈਸਟਿੰਗ ਏਰੀਆ ਨਹੀਂ ਹੈ, ਤੁਸੀਂ ਇਹ ਸਾਰੇ ਜਿਹੜੇ ਖੁੱਲ੍ਹੇ ਮੁੱਦਿਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲਿਸਟ ਕਰ ਸਕਦੇ ਹੋ, ਇਹਨਾਂ ਦੀ ਸਾਰੀ ਸੂਚੀ ਬਣਾ ਸਕਦੇ ਹੋ। ਤੇ ਜਦ ਤੱਕ ਸਾਰੇ ਮੁੱਦੇ ਕਲੋਜ਼ ਨਹੀਂ ਹੋ ਜਾਂਦੇ, ਜਾਣੇ ਕਿ ਤੁਹਾਡੇ ਕੋਲ ਸਾਰਾ ਕੁਝ ਮੌਜੂਦ ਨਹੀਂ ਹੋ ਜਾਂਦਾ, ਉਹਨਾਂ ਨੂੰ ਇੱਕ ਲਿਸਟ ਬਣਾ ਕੇ ਤੁਸੀਂ ਉਹਨਾਂ 'ਚ ਰੱਖ ਸਕਦੇ ਹੋ। ਤੇ ਜਦੋਂ ਇਹ ਸਾਰਾ ਕੁਝ ਪੂਰਾ ਹੋ ਜਾਵੇ ਤੇ ਤੁਸੀਂ ਪ੍ਰੋਜੈਕਟ ਸ਼ੁਰੂ ਕਰ ਸਕਦੇ ਹੋ, ਤੇ ਉਹਦੇ ਨਾਲ ਤੁਹਾਡਾ ਪ੍ਰੋਜੈਕਟ ਬੜਾ ਸਮੂਥਲੀ ਤੇ ਬੇਰੋਕ ਚੱਲਦਾ ਰਹੇਗਾ। ਤੇ ਜੋ ਮੈਂ ਤੁਹਾਡੇ ਨਾਲ ਹੁਣ ਗੱਲ ਕੀਤੀ ਹੈ, ਆਓ ਹੁਣ ਜਿਹੜੀ ਅਸੀਂ ਇਹ ਸਾਈਟ ਚੂਜ਼ ਕੀਤੀ ਹੈ ਪੱਤੋ ਹੀਰਾ ਸਿੰਘ ਮੋਗਾ ਵਿਖੇ, ਉਹ ਸਾਈਟ ਤੇ ਚੱਲ ਕੇ ਦੇਖਦੇ ਹਾਂ ਕਿ ਇਹ ਲਿਸਟ ਦੇ ਵਿੱਚ ਕਿਹੜੀਆਂ ਚੀਜ਼ਾਂ ਮੌਜੂਦ ਨੇ ਤੇ ਇਹ ਕਿਹੜੀਆਂ ਮੌਜੂਦ ਨਹੀਂ ਹੈ। ਉਹ ਸਾਰਿਆਂ ਦੇ ਹਿਸਾਬ ਨਾਲ ਅਗਲਾ ਜਿਹੜਾ ਟਿਊਟੋਰੀਅਲ ਦੀ ਕੜੀ ਦੇ ਨਾਲ ਕੜੀ ਜੁੜਦੀ ਰਹੇਗੀ ਤੇ ਤੁਹਾਡੀ ਟ੍ਰੇਨਿੰਗ ਅੱਗੇ ਚੱਲਦੀ ਰਹੇਗੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਦੋਸਤੋ। ਹੁਣ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਆਪਣੀ ਸਾਈਟ ਦੇ ਟੂਰ ਤੇ। ਕਿਸ ਤਰ੍ਹਾਂ ਸਾਈਟ ਦੇ ਉੱਪਰ ਅਸੀਂ ਲੇਬਲਿੰਗ ਕਰਕੇ ਹਰ ਜਗ੍ਹਾ ਦਾ ਇੱਕ ਨਿਯੁਕਤ ਅਸਥਾਨ ਬਣਾਇਆ ਹੁੰਦਾ, ਉਹਦੀ ਨਾਮ ਲਿਖਿਆ ਹੁੰਦਾ ਹੈ, ਤੇ ਉਹ ਸਾਰੀ ਤਿਆਰੀ ਤੁਹਾਡੇ ਨਾਲ ਜਿਵੇਂ ਅਸੀਂ ਕਰਦੇ ਹਾਂ ਜੰਗਲ ਲਗਾਉਣ ਤੋਂ ਪਹਿਲਾਂ, ਉਹ ਸਾਰੀ ਤਿਆਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਕਰਨੀ ਹੈ। ਇਸ ਟਾਈਮ ਮੈਂ ਜਿੱਥੇ ਖੜਾ ਇਹ ਹੈ ਜੰਗਲ ਦੇ ਵਿੱਚ ਰਸਤਾ, ਜਿਹੜਾ ਆਉਣ ਜਾਣ ਦਾ ਰਾਹ, ਜਿੱਥੋਂ ਕਿ ਲੰਘ ਕੇ ਅਸੀਂ ਵੀ ਚੱਲਾਂਗੇ ਤੁਹਾਡੇ ਨਾਲ ਇਸ ਟੂਰ ਦੇ ਵਿੱਚ। ਤੇ ਇਸੇ ਰਸਤੇ ਤੋਂ ਜੇ ਕਿਸੇ ਨੇ ਆਉਣਾ ਹੋਵੇ,
ਕਿਸੇ ਨੇ ਜਾਣਾ ਹੋਵੇ, ਕੋਈ ਸਮਾਨ ਆਂਦਾ ਟਰਾਲੀਆਂ ਤੇ ਟਰੈਕਟਰ ਤੇ, ਜੋ ਵੀ ਸੁਵਿਧਾ ਜੰਗਲ ਦੇ ਵਿੱਚ ਆਂਦੀ ਜਾਂਦੀ ਰਹਿੰਦੀ ਹੈ, ਉਹਦੇ ਵਾਸਤੇ ਰਸਤਾ ਅਸੀਂ ਬਣਾਇਆ ਹੋਇਆ। ਤੇ ਆਓ ਤੁਹਾਨੂੰ ਦੱਸਦਾ ਕਿ ਇਸ ਰਸਤੇ ਦੀ ਐਂਟਰੀ ਦੇ ਉੱਤੇ ਬਿਲਕੁਲ ਇੱਥੇ ਅਸੀਂ ਲਿਖਿਆ ਆਉਣ ਜਾਣ ਦਾ ਰਾਹ, ਜਿਹਨੂੰ ਕਿ ਕੋਈ ਵੀ ਲੋਕਲ ਬੰਦਾ ਆਪਣੀ ਭਾਸ਼ਾ ਦੇ ਵਿੱਚ ਪੜ੍ਹ ਕੇ ਸਮਝ ਸਕਦਾ ਕਿ ਇਹੀ ਰਸਤਿਓਂ ਜਾਣਾ। ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿ ਜਿਵੇਂ ਟਰੈਕਟਰ ਟਰਾਲੀਆਂ ਵਾਲੇ ਆਉਂਦੇ, ਉਹ ਆਪਣਾ ਹੀ ਰਾਹ ਕੱਢ ਲੈਂਦੇ ਆ, ਕਈ ਵਾਰੀ ਕਿਸੇ ਦੇ ਖੇਤਾਂ ਦੇ ਥਰੂ ਜਾਂਦੇ ਆ, ਕਦੇ ਖੱਬੇ ਸੱਜੇ ਹੋਰ ਹੀ ਰਸਤੇ ਬਣਾਉਂਦੇ ਆ। ਇਹ ਜੇ ਨਾ ਲਿਖਿਆ ਹੋਵੇ ਤਾਂ ਇਹੋ ਜਿਹੀਆਂ ਘਟਨਾਵਾਂ ਹੋ ਸਕਦੀਆਂ, ਬੰਦਾ ਗਲਤ ਜਗ੍ਹਾ ਜਾ ਸਕਦਾ, ਕਈ ਵਾਰੀ ਟਰਾਲੇ ਵੀ ਉਲਟ ਜਾਂਦੇ। ਪਰ ਜੇ ਤੁਹਾਡਾ ਰਸਤੇ ਦਾ ਨਿਸ਼ਾਨਦੇਹੀ ਕੀਤੀ ਹੋਈ ਹੈ ਤਾਂ ਹਰ ਬੰਦਾ ਉਸੇ ਰਸਤੇ ਤੋਂ ਨਿਕਲੇਗਾ ਜਿਹੜਾ ਕਿ ਤੁਸੀਂ ਨਿਯੁਕਤ ਕਰ ਦਿੱਤਾ, ਤੇ ਕੋਈ ਵੀ ਜਿਹੜਾ ਨੁਕਸਾਨ ਹੋਣ ਤੋਂ ਆਪਾਂ ਬਚਾ ਕਰ ਸਕਦੇ ਹਾਂ। ਤੇ ਆਓ ਤੁਹਾਨੂੰ ਹੁਣ ਜੰਗਲ ਦੀ ਸਾਈਡ ਤੇ ਲੈ ਕੇ ਜਾਵਾਂ, ਆਪਣੇ ਜੰਗਲ ਜਾਣ ਦੇ ਰਸਤੇ ਤੋਂ। ਆਓ ਤੁਹਾਨੂੰ ਹੁਣ ਸਾਈਟ ਦੇ ਸਾਰੇ ਦਰਸ਼ਨ ਕਰਾਈਏ, ਕਿਵੇਂ ਇੱਥੇ ਨਿਸ਼ਾਨਦੇਹੀ ਕੀਤੀ ਗਈ ਹੈ। ਬਾਇਓਮਾਸ ਜਾਣੇ ਕਿ ਤੂੜੀ ਰੂੜੀ ਤੇ ਜਿਹੜੀ ਜਿੰਨਾ ਵੀ ਸਾਡਾ ਮਟੀਰੀਅਲ ਆਉਂਦਾ ਖੇਤਾਂ ਦਾ, ਜਿਹੜਾ ਅਸੀਂ ਮਿੱਟੀ ਦੇ ਵਿੱਚ ਪਾਣਾ ਹੁੰਦਾ, ਉਹਨੂੰ ਉਤਾਰਨ ਦੀ ਜਿਹੜੀ ਹੈ ਇਹ ਜਗ੍ਹਾ ਨਿਯੁਕਤ ਕੀਤੀ ਗਈ। ਇੱਥੇ ਬਿਲਕੁਲ ਕਲੀਅਰ ਕੱਟ ਤੁਹਾਨੂੰ ਚੂਨੇ ਨਾਲ ਦਿਸਦਾ ਪਿਆ ਕਿ ਇਹਦੀ ਡਿਮਾਰਕੇਸ਼ਨ ਕੀਤੀ ਹੈ ਕਿ ਕਿੱਥੇ ਰੂੜੀ ਨੇ ਆ ਕੇ ਲੈਣਾ। ਜਿਵੇਂ ਗੋਬਰ ਦੀ ਖਾਦ, ਗੋਹੇ ਦੀ ਖਾਦ ਹੈ, ਰੂੜੀ ਪੁਰਾਣੀ 1.5-2 ਸਾਲ ਪੁਰਾਣੀ ਸਾਨੂੰ ਇੱਥੇ ਮਿਲੀ ਹੈ, ਤੇ ਇਹਨੂੰ ਅਸੀਂ ਵਰਤਦੇ ਹਾਂ ਜੰਗਲ ਦੇ ਜਿਹੜੀ ਅਸੀਂ ਮਿੱਟੀ ਦੇ ਵਿੱਚ ਮਿਕਸ ਕਰਨ ਲਈ, ਤਾਂ ਕਿ ਉਹਦੀ ਇਹ ਨਿਊਟ੍ਰੀਸ਼ਨ ਜਾਣੇ ਕਿ ਜੀਵਨ ਸ਼ਕਤੀ ਜਿਹੜੀ ਹੁੰਦੀ ਹੈ ਉਹਦੇ 'ਚ ਖਾਦ ਦਾ ਰੋਲ ਅਦਾ ਕਰ ਸਕੇ। ਨਾਲ ਹੀ ਇਹ ਪਾਣੀ ਨੂੰ ਵੀ ਸਮੇਟ ਕੇ, ਨਮੀ ਨੂੰ ਸਮੇਟ ਕੇ ਰੱਖਣ ਦਾ ਕੰਮ ਦਿੰਦੀ ਹੈ। ਤੇ ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਇੱਥੇ ਜਿਹੜੀ ਅਸੀਂ ਪਰਾਲੀ ਦਾ ਢੇਰ ਲਿਆਂਦਾ, ਇਹ ਸਾਰੀ ਪਰਾਲੀ ਜਿਹੜੀ ਹੈ ਉੱਪਰ ਇੱਕ ਚਾਦਰ ਦਾ ਕੰਮ ਕਰਦੀ ਹੈ। ਇਹਨੂੰ ਵੀ ਅਸੀਂ ਇਹਦਾ ਏਰੀਆ ਬਿਲਕੁਲ ਤੁਹਾਡੇ ਸਾਹਮਣੇ ਇੱਥੇ ਚੂਨੇ ਦੇ ਨਾਲ ਡਿਮਾਰਕੇਸ਼ਨ ਕੀਤੀ ਹੈ, ਤੇ ਹਰ ਚੀਜ਼ ਦਾ ਇੱਕ ਆਇਡੈਂਟੀਫਿਕੇਸ਼ਨ ਲਈ ਉਹਦੀ ਇੱਥੇ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੁੰਦੀ ਹੈ ਕਿ ਆਉਣ ਜਾਣ ਵਾਲੇ ਨੂੰ ਪਤਾ ਹੋਵੇ। ਜਦੋਂ ਅਸੀਂ ਮਜ਼ਦੂਰਾਂ ਦੇ ਨਾਲ ਕੰਮ ਵੀ ਕਰਦੇ ਹਾਂ ਤਾਂ ਇੱਕਦਮ ਉਹਨਾਂ ਨੂੰ ਪੜ੍ਹ ਕੇ ਪਤਾ ਲੱਗ ਜਾਂਦਾ ਕਿ ਹਾਂ ਵੀ ਜੋ ਪਰਾਲੀ ਚੱਕਣ ਨੂੰ ਕਿਹਾ ਵੀ ਇੱਥੇ ਲੈ ਕੇ ਆਉਣੀ ਹੈ, ਜਾਂ ਸਾਡੇ ਵਲੰਟੀਅਰਸ ਕੰਮ ਕਰਦੇ ਆ ਤਾਂ ਪਰਾਲੀ ਦਾ ਉਹਨਾਂ ਨੂੰ ਬਿਲਕੁਲ ਪਤਾ ਲੱਗਦਾ। ਕਈ ਵਾਰੀ ਬਹੁਤ ਲੋਕ ਅਣਜਾਣ ਹੁੰਦੇ ਨੇ, ਬੱਚੇ ਜਿਹੜੇ ਕੰਮ ਕਰਨ ਆਉਂਦੇ ਆ। ਕੋਸ਼ਿਸ਼ ਕੀਤੀ ਜਾਵੇ ਜਿਵੇਂ ਇੱਥੇ ਥੋੜੀ ਪਰਾਲੀ ਗਲੀ ਸੜੀ ਹੈ, ਜਿਵੇਂ ਪੁਰਾਣੀ ਹੋ ਜਾਂਦੀ ਹੈ, ਇਹਦੀ ਬਜਾਏ ਜੇ ਸਾਨੂੰ ਚੰਗੀ ਪਰਾਲੀ ਮਿਲੇ, ਜਿਹਦੀ ਐਗਜ਼ਾਮਪਲ ਇਹ ਹੈ, ਇਹ ਨਮੂਨਾ ਬਿਲਕੁਲ ਚੰਗੀ ਪਰਾਲੀ ਦਾ, ਬਿਲਕੁਲ ਸਾਫ਼ ਸੁਥਰਾ, ਤੇ ਆਪਾਂ ਨੂੰ ਜ਼ਰੂਰਤ ਇਹ ਹੁੰਦੀ ਹੈ। ਤੇ ਇੱਕ ਗੱਲ ਹੋਰ ਕਿ ਪਰਾਲੀ ਦੇ ਵਿੱਚ ਜਦੋਂ ਝੋਨੇ ਦੀ ਵਾਢੀ ਤੋਂ ਬਾਅਦ ਕਈ ਵਾਰ ਦੇਖਿਆ ਜਾਂਦਾ ਕਿ ਪਰਾਲੀ ਦੇ ਵਿੱਚ ਬੀਜ ਵੀ ਆ ਜਾਂਦੇ ਆ ਚਾਵਲਾਂ ਦੇ, ਤੇ ਉਹ ਨੁਕਸਾਨਦੇਹ ਹੋ ਸਕਦੇ ਨੇ। ਕੋਸ਼ਿਸ਼ ਕਰੋ ਕਿ ਚਾਵਲਾਂ ਦੇ ਬੀਜ ਜਿਹੜੇ ਨੇ ਉਹ ਵਿੱਚੋਂ ਛਾਂਟੀ ਕਰਕੇ ਕੱਢੇ ਹੋਣ ਤੇ ਬਹੁਤ ਚੰਗਾ ਰਹਿੰਦਾ। ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਚਾਵਲਾਂ ਦਾ ਛਿਲਕਾ। ਇਹ ਰਾਈਸ ਮਿਲ ਤੋਂ, ਆਮ ਤੌਰ ਤੇ ਤੁਹਾਡੇ ਇਲਾਕੇ 'ਚ ਕੋਈ ਵੀ ਰਾਈਸ ਮਿਲ ਹੋਵੇ ਉੱਥੋਂ ਮਿਲ ਜਾਣਾ ਚਾਹੀਦਾ। ਤੇ ਇਹਨੂੰ ਤੁਸੀਂ ਖਰੀਦਣ ਤੋਂ ਪਹਿਲਾਂ ਇਹਦੀ ਇੱਕ ਪਛਾਣ ਜ਼ਰੂਰ ਕਰੋ ਕਿ ਜਦੋਂ ਇਹਨੂੰ ਅਸੀਂ ਕ੍ਰਸ਼ ਕਰਦੇ ਹਾਂ ਮੁੱਠੀ ਦੇ ਵਿੱਚ ਇਦਾਂ, ਤੇ ਤੁਹਾਨੂੰ ਇਹ ਕ੍ਰਸ਼ਿੰਗ ਦੀ ਇੱਕ ਸਾਊਂਡ ਆਉਂਦੀ ਹੈ ਜਿਹੜੀ ਕਿ ਬਹੁਤ ਸਪੈਸ਼ਲ ਹੈ। ਇਹ ਦਾ ਟੈਸਟ ਹੈ ਕਿ ਚੰਗੀ ਜਿਹੜੀ ਇਹ ਚੀਜ਼ ਇਹ ਭੁਰਨੀ ਚਾਹੀਦੀ, ਇਹਦੇ 'ਚੋਂ ਆਵਾਜ਼ ਆਉਂਦੀ ਇਦਾਂ ਕ੍ਰਸ਼ਿੰਗ ਦੀ। ਤਾਂ ਇਸ ਤਰ੍ਹਾਂ ਦੀ ਜਿਹੜੀ ਹੈ ਚਾਵਲਾਂ ਦੀ ਫੱਖ ਜਿਹੜੀ ਹੈ ਜਦੋਂ ਅਸੀਂ ਮਿੱਟੀ ਦੇ ਵਿੱਚ ਮਿਲਾਉਂਦੇ ਹਾਂ ਤਾਂ ਜਿਹੜੀਆਂ ਜੜ੍ਹਾਂ ਨੇ ਉਹਨਾਂ ਨੂੰ ਵਧਣ ਦੇ ਵਿੱਚ, ਜੜ੍ਹਾਂ ਨੂੰ ਫੈਲਣ ਦੇ ਵਿੱਚ ਇਹ ਬਹੁਤ ਜ਼ਿਆਦਾ ਮਦਦਗਾਰ ਹੁੰਦੀ ਹੈ, ਕਿਉਂਕਿ ਇਹ ਨਿੱਕੀਆਂ ਨਿੱਕੀਆਂ ਹਵਾ ਦੀਆਂ ਗਲੀਆਂ ਬਣਾ ਦਿੰਦੀ ਹੈ ਸਾਰੀ ਮਿੱਟੀ ਦੇ ਵਿੱਚ। ਆਓ ਆਪਾਂ ਅੱਗੇ ਚੱਲਦੇ ਹਾਂ। ਇਹ ਸਾਡੀ ਔਨ ਸਾਈਟ ਨਰਸਰੀ ਹੈ, ਤੇ ਔਨ ਸਾਈਟ ਨਰਸਰੀ ਦਾ ਭਾਵ ਵੀ ਹੈ ਕਿ ਜਿਹੜੇ ਬੂਟੇ ਅਸੀਂ ਇਸ ਜੰਗਲ ਦੇ ਵਿੱਚ ਐਤਕੀ ਲਗਾਉਣੇ ਆ, ਪੱਤੋ ਹੀਰਾ ਸਿੰਘ ਵਿੱਚ ਜਿਹੜੀ ਅਸੀਂ ਸਾਈਟ ਚੂਜ਼ ਕੀਤੀ ਹੈ, ਉਹ ਸਾਰੇ ਬੂਟਿਆਂ ਦੀ ਅਸੀਂ ਇੱਥੇ ਦੇਖ ਰੇਖ ਕਰਨ ਵਾਸਤੇ ਇੱਕ ਹਰੀ ਚਾਦਰ ਲਗਾ ਕੇ ਤੇ ਇੱਥੇ ਛਤਰੀ ਬਣਾ ਕੇ ਪੂਰੀ ਇੱਥੇ ਸਾਰੇ ਬੂਟਿਆਂ ਨੂੰ ਇਕੱਠਿਆਂ ਕਰਕੇ ਰੱਖਿਆ ਜਾਂਦਾ। ਜਿਹੜੇ ਵੀ ਬੂਟੇ ਤੁਸੀਂ ਹੁਣ ਦੇਖ ਰਹੇ ਹੋ, ਉੱਥੇ ਸਿੰਮਲ ਪਿਆ ਹੈ, ਮਹੂਆ ਹੈ, ਜੰਡ ਹੈ, ਕਦਮ ਹੈ, ਰੇੜੂ ਹੈ, ਉੱਥੇ ਕਰੀਰ ਹੈ, ਵਣ ਦੇ ਬੂਟੇ, ਪਿਲਕਣ, ਤੇ ਇਦਾਂ ਕਰਕੇ ਸਾਡੇ ਕੋਲ 30 ਤੋਂ ਉੱਪਰ ਪ੍ਰਜਾਤੀਆਂ ਅੱਜ ਨੇ। ਪਰ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਬੂਟਿਆਂ ਨੂੰ ਅਸੀਂ ਇਕੱਠਿਆਂ ਕਰਕੇ ਰੱਖਦੇ ਹਾਂ। ਜਿਵੇਂ ਫਰਮਾਂ ਦਾ ਬੂਟੇ ਸਾਰੇ ਫਰਮਾਂ ਦੇ ਇਕੱਠੇ ਨੇ, ਜੰਡ ਦੇ ਇਕੱਠੇ ਨੇ, ਕਦਮ ਦੇ ਇਕੱਠੇ ਨੇ, ਪਿਲਕਣ ਦੇ ਇਕੱਠੇ ਨੇ। ਇਹਦਾ ਰੀਜ਼ਨ ਇੱਕ ਹੀ ਆ, ਕਾਰਨ ਇੱਕ ਹੈ ਕਿ ਜਦੋਂ ਅਸੀਂ ਬੂਟਿਆਂ ਨੂੰ ਲਗਾਉਣਾ ਉੱਥੇ ਇਹਦੀ ਡਿਸਟ੍ਰੀਬਿਊਸ਼ਨ ਦਾ ਪੈਟਰਨ ਹੁੰਦਾ ਇੱਕ, ਉਦੋਂ ਚੁੱਕਣੇ ਸੌਖੇ ਆ। ਜੇ ਅਸੀਂ ਇਹਨਾਂ ਨੂੰ ਇਕੱਠਿਆਂ ਕਰ ਦਿੱਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਕਿਹੜਾ ਬੂਟਾ ਲੈ ਕੇ ਆਉਣਾ, ਤੇ ਗਿਣਤੀ ਤੇ ਇਹਨਾਂ ਦੀ ਮਾਤਰਾ ਤੇ ਸਾਰੀ ਰੇਸ਼ੋ ਡਿਸਟਰਬ ਹੁੰਦੀ ਹੈ ਤੇ ਟਾਈਮ ਬਹੁਤ ਵੇਸਟ ਹੁੰਦਾ। ਇਸੇ ਤਰ੍ਹਾਂ ਸਾਈਟ ਦੇ ਉੱਪਰ ਬਹੁਤ ਜ਼ਰੂਰੀ ਚੀਜ਼ ਕਿ ਜਿਹੜਾ ਵੀ ਬੰਦਾ ਇੱਥੇ ਦੇਖ ਰੇਖ ਕਰਦਾ ਉਹਦੇ ਪੀਣ ਵਾਸਤੇ ਪਾਣੀ ਦਾ ਇੱਕ ਕੈਂਪਰ ਹੋਣਾ ਚਾਹੀਦਾ। ਤੁਸੀਂ ਦੇਖੋਗੇ ਇੱਥੇ ਕੁਰਸੀਆਂ ਵੀ ਪਈਆਂ ਸਾਡੇ ਕੋਲ ਕਿ ਜਿਹੜੇ ਇੱਥੇ ਦੇਖ ਰੇਖ ਕਰਦੇ ਉਹਨਾਂ ਵਾਸਤੇ ਕੁਰਸੀ ਹੈ। ਇੱਥੇ ਇੱਕ ਡਸਟਬਿਨ ਪਿਆ, ਜਾਣੇ ਕੂੜਾਦਾਨ ਪਿਆ। ਇੱਥੋਂ ਕੋਈ ਵੀ ਸਮਾਨ ਜਿਹੜਾ ਆਲਤੂ ਫਾਲਤੂ ਇੱਥੇ ਖਿਲਾਰਾ ਨਾ ਪਵੇ, ਪਲਾਸਟਿਕ ਇੱਥੇ ਕੋਈ ਨਾ ਖਿਲਰਨ, ਜਾਂ ਕਦੇ ਕੋਈ ਸੇਬੇ ਖੋਲਦੇ ਆ ਜਾਂ ਕਈ ਚੀਜ਼ਾਂ ਆਉਂਦੀਆਂ ਇਹੋ ਜਿਹੀਆਂ ਕਿ ਜਿਹੜੀਆਂ ਸਾਨੂੰ ਸੁੱਟਣੀਆਂ ਪੈਂਦੀਆਂ। ਤੇ ਸਾਈਡ ਤੇ ਜਦੋਂ ਵੀ ਕੰਮ ਕਰੋ ਕਦੇ ਵੀ ਕੂੜਾ ਵਧਾਓ ਨਾ। ਮੇਰਾ ਇਹ ਸੋਚਣਾ ਕਿ ਜਦੋਂ ਤੁਸੀਂ ਕਿਤੇ ਕੰਮ ਕਰਨ ਜਾਂਦੇ ਹੋ ਉਸ ਇਲਾਕੇ ਨੂੰ ਛੱਡਣ ਤੋਂ ਪਹਿਲਾਂ ਤੁਹਾਡਾ ਇਹ ਪੇਸ਼ਕਸ਼ ਹੋਣੀ ਚਾਹੀਦੀ ਕਿ ਇਲਾਕਾ ਉਸ ਤੋਂ ਜ਼ਿਆਦਾ ਸਾਫ਼ ਹੋ ਕੇ ਤੁਸੀਂ ਛੱਡੋ।
ਤੇ ਇੱਥੇ ਸਾਡੀਆਂ ਬਾਂਸ ਦੀਆਂ ਸੋਟੀਆਂ ਨੇ ਜਿਨ੍ਹਾਂ ਨੂੰ ਅਸੀਂ ਸਪੋਰਟ ਸਟਿਕ ਕਹਿੰਦੇ ਆ। ਇਹ ਆਸਰਾ ਦੇਣ ਵਾਸਤੇ ਹਰੇਕ ਬੂਟੇ ਦੇ ਨਾਲ ਇੱਕ ਸੋਟੀ ਗੱਡੀ ਜਾਂਦੀ ਹੈ, 6 ਤੋਂ 8 ਫੁੱਟ ਦੀ ਹੁੰਦੀ ਆ ਤੇ ਇਹਨੂੰ 1.5 2 ਫੁੱਟ 3 ਫੁੱਟ ਅੰਦਰ ਗੱਡ ਕੇ ਬੂਟੇ ਦੇ ਨਾਲ ਸੂਤਲੀ ਦੇ ਨਾਲ ਜਿਹੜੀ ਰੱਸੀ ਦੀ ਆਮ ਜੂਟ ਰੋਪ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਸੂਤਲੀ ਨਾਲ ਬੰਨ੍ਹ ਕੇ ਇਹ ਹਰੇਕ ਬੂਟੇ ਦਾ ਆਸਰਾ ਬਣੇਗੀ। ਇਹ ਉਹਦੀ ਜਗ੍ਹਾ ਤੇ ਇੱਥੇ ਰੱਖੀਆਂ ਜਾਂਦੀਆਂ ਬੰਨ੍ਹ ਕੇ। ਤੇ ਇਸੇ ਤਰ੍ਹਾਂ ਸਾਡੇ ਕੋਲ ਇੱਥੇ ਪਾਣੀ ਦੀ ਇੱਥੇ ਬਾਲਟੀ ਰੱਖੀ ਜਾਂਦੀ ਹੈ। ਜਦੋਂ ਵੀ ਸਾਡੇ ਇੱਥੇ ਵਰਕਰ ਕੰਮ ਕਰਦੇ ਨੇ ਦਿਨ 'ਚ 1 ਜਾਂ 2 ਵਾਰ ਐਜ਼ ਪਰ ਸਿਚੁਏਸ਼ਨ ਕਿਵੇਂ ਸਮਾਚਾਰ ਹੁੰਦਾ ਉਹ ਪਾਣੀ ਬੂਟਿਆਂ ਨੂੰ ਦਿੱਤਾ ਜਾਂਦਾ ਤੇ ਬੂਟਿਆਂ ਦੀ ਦੇਖ ਰੇਖ ਜਿੰਨਾ ਚਿਰ ਪ੍ਰੋਜੈਕਟ ਚੱਲ ਰਿਹਾ ਹਰ ਰੋਜ਼ ਇਹਨੂੰ ਪਾਣੀ ਦੇਣਾ ਜ਼ਰੂਰੀ ਹੁੰਦਾ ਬੂਟਿਆਂ ਨੂੰ। ਇਸ ਕਰਕੇ ਸਾਰੀ ਜਿਹੜੀ ਸੁਵਿਧਾ ਇਹ ਸਾਰੀ ਬਣਾ ਕੇ ਰੱਖਣੀ ਪੈਂਦੀ ਕਿ ਵਰਕਰ ਨੂੰ ਕੰਮ ਕਰਨ ਲੱਗਿਆਂ ਢਿੱਲ ਨਾ ਹੋਵੇ ਕੋਈ ਤੇ ਕੰਮ ਕਰਨਾ ਜਿਹੜਾ ਆਸਾਨ ਹੋਵੇ। ਆਓ ਨਰਸਰੀ ਤੋਂ ਅੱਗੇ ਚੱਲਦੇ ਹਾਂ ਤੁਹਾਡੇ ਨਾਲ। ਇੱਕ ਰੇੜਾ ਵੀ ਇੱਥੇ ਪਿਆ ਜਿਹੜਾ ਕਿ ਕੰਮ ਆਉਂਦਾ। ਇਸੇ ਤਰ੍ਹਾਂ ਹੀ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕੋਈ ਵੀ ਸਮਾਨ ਆਉਣਾ ਇੱਥੇ, ਬੂਟੇ ਆਣੇ, ਬੂਟੇ ਲੈ ਕੇ ਜਾਣੇ ਆ ਤੇ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਰੇੜੇ ਦੇ ਨਾਲ ਲਿਆਂਦੀਆਂ ਜਾਂਦੀਆਂ। ਤੇ ਆ ਇੱਕ ਹੈਗਾ ਜੀ ਬੂਟਿਆਂ ਦਾ ਮਾਊਂਡ। ਜਦੋਂ ਅਸੀਂ ਜੰਗਲ ਨੂੰ ਥੋੜੇ ਹਿੱਸਿਆਂ 'ਚ ਕੰਮ ਕਰਨਾ ਸ਼ੁਰੂ ਕਰਦੇ ਹਾਂ, ਇਹ ਤੁਸੀਂ ਥੋੜਾ ਇਲਾਕਾ ਦੇਖ ਰਹੇ ਚੂਨੇ ਨਾਲ ਕੀਤਾ ਮਾਰਕ। ਜਿਵੇਂ ਇੱਥੇ ਸਾਡੇ ਕੋਲ 4 ਮਾਊਂਡ ਨੇ ਟੋਟਲ, 4 ਹਿੱਸਿਆਂ 'ਚ ਅਸੀਂ ਜੰਗਲ ਨੂੰ ਬਣਾਉਣਾ। ਪਹਿਲਾ ਹਿੱਸਾ ਜਦੋਂ ਤਿਆਰ ਕਰਨਾ ਸ਼ੁਰੂ ਕਰਨਾ ਉਨੇ ਕੁ ਬੂਟੇ ਜਾਣੇ ਕਿ 330 ਬੂਟੇ ਅਸੀਂ ਲਗਾਣੇ 4 ਹਿੱਸਿਆਂ 'ਚ, 1313 ਰੁੱਖ ਲਗਾਣੇ। 330 ਬੂਟੇ ਅਸੀਂ ਸਿਲੈਕਟਿਵ ਉਹਨੂੰ ਬਿਲਕੁਲ ਚੂਜ਼ ਕਰਕੇ ਇੱਥੇ ਲਿਆ ਕੇ ਰੱਖਣੇ ਆ ਤੇ ਫਿਰ ਉੱਥੋਂ ਅੱਗੇ ਟਰਾਂਸਫਰ ਹੁੰਦੇ ਆ। ਸੋ ਅਗਲਾ ਏਰੀਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈ ਔਜ਼ਾਰਾਂ ਵਾਸਤੇ, ਜਾਣੇ ਕਿ ਸੰਦਾਂ ਦਾ ਇੱਕ ਇਲਾਕਾ ਅਸੀਂ ਇਕੱਠਾ ਕੀਤਾ ਜਿੱਥੇ ਕਿ ਸਾਰੇ ਦੇ ਸਾਰੇ ਸੰਦ ਜਿਨ੍ਹਾਂ ਦਾ ਪ੍ਰਯੋਗ ਹੋਣਾ ਇਸ ਜੰਗਲ ਬਣਾਉਣ ਦੇ ਵਿੱਚ, ਪੂਰੀ ਵਿਧੀ ਵਿੱਚ ਜਿੰਨੀਆਂ ਚੀਜ਼ਾਂ ਆਉਂਦੀਆਂ ਲਿਸਟ ਤੁਸੀਂ ਦੇਖੀ ਹੈ ਅੱਗੇ ਆਫਿਸ ਦੇ ਵਿੱਚ। ਤੇ ਉਹ ਸਾਰੇ ਸੰਦ ਜਿਵੇਂ ਕਿ ਲੈਵਲਰ ਪਿਆ ਇੱਥੇ, ਕੂੜੇ ਦੀ ਜਾਣੇ ਕਿ ਕੂੜਾਦਾਨ ਪਿਆ, ਡਸਟਬਿਨ ਪਏ ਨੇ, ਲਾਈਨ ਡੋਰੀ, ਡੱਬੇ, ਪਾਣੀ ਪਾਉਣ ਵਾਲੇ ਜੱਗ, ਖੁਰਪੇ, ਪਿੱਛੇ ਸੱਬਲ ਪਏ ਨੇ, ਚੂਨਾ ਪਿਆ, ਕਹੀਆਂ ਪਈਆਂ, ਪੰਜੇ, ਜਿੰਦਰੇ। ਸੋ ਕੋਈ ਵੀ ਚੀਜ਼ ਜਿਹੜੀ ਅਸੀਂ ਇੱਥੇ ਵਰਤਣੀ ਹੈ ਉਹ ਸਾਰੀਆਂ ਚੀਜ਼ਾਂ ਦੀ ਇੱਥੇ ਨੁਮਾਇਸ਼ ਵੀ ਹੈ, ਪਰ ਇੱਕ ਰੱਖਣ ਦਾ ਇੱਕ ਡੈਡੀਕੇਟਿਡ ਜਿਹੜਾ ਟਿਕਾਣਾ ਜਿੱਥੇ ਕਿ ਹਰੇਕ ਮਜ਼ਦੂਰ ਜਿਹਨੂੰ ਪਤਾ ਲੱਗੇ ਵੀ ਮੈਂ ਹੁਣ ਲੈਵਲਿੰਗ ਦਾ ਕੰਮ ਕਰਨਾ ਉਹ ਇੱਥੋਂ ਲੈਵਲਰ ਚੁੱਕ ਸਕਦੇ, ਉਹਨਾਂ ਨੂੰ ਪਤਾ ਲੱਗਦਾ ਕਿ ਮੈਂ ਜਿੰਦਰਾ ਚੁੱਕਣਾ। ਤੇ ਜੇ ਉਹਨੇ ਪੰਜੇ ਦੇ ਨਾਲ ਕਰਨੀ ਹੈ ਲੈਵਲਿੰਗ, ਉਹਨੂੰ ਪਤਾ ਪੰਜੇ। ਇਸੇ ਤਰ੍ਹਾਂ ਮਜ਼ਦੂਰ ਜਦੋਂ ਕੰਮ ਕਰਕੇ ਟੂਲਸ ਜਦੋਂ ਫ੍ਰੀ ਹੋ ਜਾਂਦੇ ਆ, ਜਦੋਂ ਕੰਮ ਨਹੀਂ ਰਹਿੰਦਾ ਤੇ ਇਸੇ ਥਾਂ ਤੇ ਲਿਆ ਕੇ ਉਹਨਾਂ ਨੂੰ ਰੱਖਣੇ ਹੁੰਦੇ, ਇਹਦੇ ਨਾਲ ਟੂਲਸ ਦਾ ਖਿਲਾਰਾ ਨਹੀਂ ਪੈਂਦਾ। ਤੇ ਇਸੇ ਤਰ੍ਹਾਂ ਅੱਗੇ ਚੱਲਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ। ਇਹ ਸਾਡਾ 100 ਸਕੁਆਇਰ ਮੀਟਰ ਦਾ ਜਿਹੜਾ ਮਾਊਂਡ ਹੈ। ਤਾਂ ਇੱਕ ਜਗ੍ਹਾ ਅਸੀਂ ਜਿੱਥੇ ਵੀ ਜੰਗਲ ਲਗਾਉਣਾ ਹੁੰਦਾ ਹੈ, ਅਸੀਂ ਜਿਵੇਂ ਇਹ ਜੰਗਲ ਸਾਡਾ 400 ਸਕੁਆਇਰ ਮੀਟਰ ਦਾ ਪੂਰਾ, ਤੇ ਅਸੀਂ ਇਹਨੂੰ 4 ਹਿੱਸਿਆਂ ਦੇ ਵਿੱਚ ਇਹਨੂੰ ਡਿਵਾਈਡ ਕਰ ਦਿੱਤਾ। ਤੇ ਜਿੱਥੇ ਮੈਂ ਇਸ ਟਾਈਮ ਖੜਾ ਇਹ ਮਾਊਂਡ ਨੰਬਰ 4 ਹੈ। ਤੇ ਇਹ ਜਗ੍ਹਾ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪਤਾ ਜੇ ਪਾਣੀ ਨਾ ਹੋਵੇ ਤੇ ਬੂਟਿਆਂ ਦੀ ਅਸੀਂ ਦੇਖ ਰੇਖ ਨਹੀਂ ਕਰ ਸਕਦੇ। ਤੇ ਪਾਣੀ ਦਾ ਕਨੈਕਸ਼ਨ ਇੱਥੋਂ ਪਾਈਪ ਲੱਗੀ ਹੈ, ਇਹਦੇ ਬਾਰੇ ਅਸੀਂ ਅੱਗੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ। ਤੇ ਇਸੇ ਤਰ੍ਹਾਂ ਜਿਵੇਂ ਹੁਣ ਮਾਊਂਟ 2 ਤੇ ਕੰਮ ਚੱਲ ਰਿਹਾ, ਤੁਸੀਂ ਆਪਣੀ ਅੱਖੀਂ ਦੇਖ ਰਹੇ ਹੋ ਕਿ ਜਿਹੜੇ ਵਰਕਰਸ ਨੇ ਉਹ ਜਿੰਦਰੇ ਦੇ ਨਾਲ ਲੈਵਲਿੰਗ ਕਰ ਰਹੇ ਨੇ। ਤਾਂ ਮਾਊਂਡ ਨੂੰ ਇਹ ਟੇਪਰ ਕਰਦੇ ਪਏ ਨੇ ਇਸ ਟਾਈਮ ਕਿ ਜਿਹੜਾ ਮਾਊਂਡ ਹੈ ਉਹ ਇਸ ਤਰ੍ਹਾਂ ਬਣੇ ਜਿਵੇਂ ਕੈਡਬਰੀ ਦੀ ਚਾਕਲੇਟ ਹੁੰਦੀ, ਡੈਰੀ ਮਿਲਕ, ਉਹ ਡੈਰੀ ਮਿਲਕ ਦਾ ਉੱਪਰੋਂ ਹੁੰਦਾ ਵੀ ਸਤਹ ਥੋੜੀ ਜੀ ਉੱਤੋਂ ਗੁਲਾਈ ਹੁੰਦੀ ਹੈ। ਤਾਂ ਉਸੇ ਤਰ੍ਹਾਂ ਮਾਊਂਡ ਦੀ ਤਿਆਰੀ ਕਰ ਰਹੇ ਨੇ। ਇਹਦੇ ਵਿੱਚ ਤੂੜੀ, ਰੂੜੀ ਤੇ ਚਾਵਲਾਂ ਦਾ ਛਿਲਕਾ ਤੇ ਸਾਰਾ ਸਮਾਨ ਜਿਹੜਾ ਮਿੱਟੀ ਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਮਿਲਾ ਕੇ ਇਹ ਮਾਊਂਡ ਜਿਹੜਾ ਹਾਈਟ ਤੇ ਆ ਗਿਆ, ਥੋੜਾ ਆਮ ਜ਼ਮੀਨ ਨਾਲੋਂ ਥੋੜਾ ਵੱਧ ਗਿਆ, ਤਾਂ ਕਿ ਬੂਟਿਆਂ ਦੇ ਵਿੱਚ ਜਿਹੜਾ ਪਾਣੀ ਖੜੇ ਨਾ ਅੱਗੋਂ। ਜਿੰਨਾ ਵੀ ਵੱਧ ਪਾਣੀ ਹੋਊਗਾ ਉਹ ਆਪਣਾ ਉੱਤੋਂ ਵਹਿ ਕੇ ਸਾਈਡ ਤੇ ਆ ਜਾਂਦਾ ਤੇ ਬਾਕੀ ਨਮੀ ਜਿਹੜੀ ਹੈ ਉਹ ਇਹਦੇ ਉੱਪਰ ਰਹਿੰਦੀ ਹੈ ਤੇ ਬੂਟਿਆਂ ਦੀ ਗਰੋਥ ਜਿਹੜੀ ਜ਼ਬਰਦਸਤ ਚੱਲਦੀ ਹੈ। ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਔਨ ਸਾਈਟ ਆਫਿਸ, ਇੱਕ ਛੋਟਾ ਜਿਹਾ ਦਫ਼ਤਰ ਬਣਾਉਣਾ ਬਹੁਤ ਲਾਜ਼ਮੀ ਹੁੰਦਾ। ਤੇ ਜਿੰਨੇ ਵੀ ਅਸੀਂ ਕੰਮ ਕਰਨੇ, ਦਫ਼ਤਰੀ ਕੰਮ ਕਰਨੇ, ਕੋਈ ਕਾਗਜ਼ ਤਿਆਰ ਕਰਨੇ, ਇਦਾਂ ਦੀ ਜਿਹੜੀ ਤੁਸੀਂ ਨਿਸ਼ਾਨਦੇਹੀ ਦਾ ਕੰਮ ਹੈ, ਕੋਈ ਹੋਰ ਲਿਖਾ ਪੜ੍ਹੀ ਕਰਨੀ ਹੈ, ਇਹ ਸਾਰਾ ਕੰਮ ਔਨ ਸਾਈਟ ਆਫਿਸ ਦੇ ਵਿੱਚ ਹੀ ਹੁੰਦਾ। ਇਹ ਛੋਟੇ ਜਿਹੇ ਆਫਿਸ ਦੇ ਵਿੱਚ ਸਾਡੇ ਆਪਣੇ ਵਰਕਰਾਂ ਲਈ, ਸਟਾਫ ਲਈ ਬੈਠਣ ਦੀ ਜਗ੍ਹਾ ਹੁੰਦੀ ਹੈ ਤੇ ਬਿਜਲੀ ਦਾ ਕਨੈਕਸ਼ਨ ਹੁੰਦਾ। ਬਹੁਤ ਚੰਗਾ ਹੋਵੇ ਜੇ ਇੰਟਰਨੈਟ ਦਾ ਕਨੈਕਸ਼ਨ ਵੀ ਮਿਲ ਜਾਵੇ। ਤੇ ਕੁਝ ਇੱਥੇ ਸਮਾਨ ਰੱਖਿਆ ਜਾਂਦਾ, ਮੈਗਾਫੋਨਸ। ਉਸੇ ਤਰ੍ਹਾਂ ਇੱਥੇ ਇੱਕ ਕੂੜਾਦਾਨ ਜਾਣੀ ਕਿ ਡਸਟਬਿਨ ਤੇ ਇੱਕ ਪਾਣੀ ਪੀਣ ਵਾਸਤੇ ਰੈਬਰ ਰੱਖਿਆ ਗਿਆ। ਤੇ ਪ੍ਰੋਜੈਕਟ ਦਾ ਵੇਰਵਾ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਪ੍ਰੋਜੈਕਟ ਦਾ ਵੇਰਵਾ ਜਿਹੜਾ ਹੁੰਦਾ, ਇੱਕ ਡਿਸਪਲੇ ਬੋਰਡ ਹੁੰਦਾ, ਉਹ ਸਾਰਾ ਸਮਾਨ ਇਸ ਵੇਰਵੇ ਦੇ ਉੱਪਰ ਆ ਜਾਂਦਾ। ਉਹਦੇ ਵਿੱਚ ਸਾਈਟ ਰੈਡੀਨੈਸ ਜਿਹਦੇ ਬਾਰੇ ਅਸੀਂ ਇੱਕ ਅਲੱਗ ਵੀਡੀਓ ਦੇ ਚੁੱਕੇ ਹਾਂ, ਤੇ ਸਾਈਟ ਦਾ ਮੈਪ ਕਿੱਦਾਂ ਸਾਈਟ ਅੱਗੇ ਵੱਧ ਰਹੀ ਹੈ, ਓਪਨ ਇਸ਼ੂਜ਼ ਕਿਹੜੇ ਕੰਮ ਸਾਡੇ ਰਹਿੰਦੇ ਨੇ, ਇਹ ਸਾਰਾ ਲੇਖਾ ਜੋਖਾ ਇੱਥੇ ਆਪਣਾ ਇਸ ਡਿਸਪਲੇ ਦੇ ਉੱਤੇ ਆ ਜਾਂਦਾ ਕਿ ਪ੍ਰੋਜੈਕਟ ਦੀ ਚਾਲ ਕਿਸ ਤਰ੍ਹਾਂ ਚੱਲ ਰਹੀ ਹੈ। ਇਸ ਤੋਂ ਇਲਾਵਾ ਅਸੀਂ ਆਫਿਸ ਦੇ ਵਿੱਚ ਟੇਬਲ ਲਗਾਏ ਹੁੰਦੇ, ਜਿੱਦਾਂ ਕਿ ਤੁਸੀਂ ਦੇਖ ਰਹੇ ਹੋ। ਸਾਡੇ ਸਾਥੀ ਜਿਹੜੇ ਨੇ ਪਵਨੀਤ ਸਿੰਘ ਤੇ ਪਨਵੀਰ ਸਿੰਘ ਇੱਥੇ ਕੰਮ ਕਰ ਰਹੇ ਨੇ, ਇਹਨਾਂ ਦੇ ਨਾਲ ਚੇਅਰਸ ਨੇ।
ਤੇ ਬਹੁਤ ਵੱਡੀ ਸਹੂਲੀਅਤ ਹੈ ਕਿਸੇ ਵੀ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਾਸਤੇ। ਆਓ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਕਿ ਲੇਬਰ ਦੇ ਲਈ ਰੈਸਟਿੰਗ ਏਰੀਆ, ਜਾਣੀ ਕਿ ਆਰਾਮ ਕਰਨ ਦੀ ਜਿਹੜੀ ਜਗ੍ਹਾ, ਇਹ ਤੁਸੀਂ ਦੂਰੋਂ ਹੀ ਦੇਖ ਸਕਦੇ ਹੋ ਕਿ ਕਿੰਨੀ ਰਮਣੀਕ ਜਗ੍ਹਾ ਜਿੱਥੇ ਕੋਈ ਵੀ ਬੰਦਾ ਬੈਠ ਕੇ ਆਰਾਮ ਕਰ ਸਕਦਾ ਹੈ। ਆਮ ਤੌਰ ਤੇ ਜਦੋਂ ਵੀ ਵਰਕਰ ਕੰਮ ਕਰਦੇ ਨੇ ਫੀਲਡ ਦੇ ਉੱਤੇ ਤਾਂ ਥਕਾਨ ਵੀ ਹੁੰਦੀ ਹੈ, ਉਹਨਾਂ ਨੇ ਰੈਸਟ ਕਰਨਾ ਹੁੰਦਾ, ਉਹਨਾਂ ਦਾ ਲੰਚ ਟਾਈਮ ਹੁੰਦਾ, ਚਾਹ ਦਾ ਟਾਈਮ ਹੁੰਦਾ, ਤੇ ਇਹੋ ਜਿਹੀ ਜਗ੍ਹਾ ਜਿਹੜੀ ਹੈ ਛਾਂਦਾਰ, ਜਿੱਥੇ ਕਿ ਖੁੱਲੀ ਹਵਾ ਚੱਲਦੀ ਰਹੇ, ਇਹ ਸਭ ਤੋਂ ਚੰਗੀ ਹੁੰਦੀ ਹੈ ਰੈਸਟ ਕਰਨ ਵਾਸਤੇ। ਇਹਦੇ ਨਾਲ ਬੰਦਾ ਫਰੈਸ਼ ਵੀ ਹੋ ਜਾਂਦਾ ਤੇ ਆਰਾਮ ਵੀ ਹੋ ਜਾਂਦਾ, ਤੇ ਪ੍ਰੋਜੈਕਟ ਦੇ ਵਿੱਚ ਕਿਸੇ ਵੀ ਕੰਮ ਤੋਂ ਡਿਲੇ ਨਹੀਂ ਹੁੰਦੀ, ਸਮੇਂ ਦੇ ਨਾਲ ਰੁਕਾਵਟ ਨਹੀਂ ਆਉਂਦੀ, ਤੇ ਪ੍ਰੋਜੈਕਟ ਜਿਹੜਾ ਜਿਨ੍ਹਾਂ ਨੇ ਕੰਮ ਕਰਨਾ ਅਸਲ 'ਚ ਉਹਨਾਂ ਨੂੰ ਸਹੂਲੀਅਤ ਦੇਣ ਦੇ ਨਾਲ ਕੰਮ ਦੇ ਵਿੱਚ ਕੋਈ ਵੀ ਦੇਰੀ ਨਹੀਂ ਹੁੰਦੀ। ਤਾਂ ਇਹ ਸੀ ਸਾਡੀ ਸਾਈਟ ਦਾ ਸਾਰਾ ਵੇਰਵਾ, ਕਿਸ ਤਰ੍ਹਾਂ ਅਸੀਂ ਸਾਈਟ ਨੂੰ ਡਿਜ਼ਾਈਨ ਕੀਤਾ, ਕਿੱਦਾਂ ਅਸੀਂ ਸਾਰੀਆਂ ਥਾਵਾਂ ਨਿਯੁਕਤ ਕੀਤੀਆਂ, ਉਹਨਾਂ ਦੀ ਨਿਸ਼ਾਨਦੇਹੀ ਕੀਤੀ ਹੈ। ਉਮੀਦ ਹੈ ਤੁਹਾਨੂੰ ਇਹ ਪਸੰਦ ਆਏਗਾ ਤੇ ਤੁਸੀਂ ਇਸ ਸਾਰੇ ਚੀਜ਼ ਨੂੰ ਗੰਭੀਰਤਾ ਨਾਲ ਲਓਗੇ, ਤੇ ਇਸੇ ਤਰ੍ਹਾਂ ਜਦੋਂ ਜੰਗਲ ਲਗਾਓਗੇ ਆਪਣੇ ਪ੍ਰੋਜੈਕਟਸ ਨੂੰ ਇਸੇ ਤਰ੍ਹਾਂ ਡਿਜ਼ਾਈਨ ਕਰੋਗੇ ਤਾਂ ਕਿ ਤੁਹਾਡਾ ਪ੍ਰੋਜੈਕਟ ਸੋਹਣੀ ਤਰ੍ਹਾਂ ਮੁਕੰਮਲ ਕੀਤਾ ਜਾ ਸਕੇ। ਤੇ ਆਓ ਤੁਹਾਨੂੰ ਹੁਣ ਅਗਲੇ ਪੜਾਅ ਦੇ ਵਿੱਚ ਜਿਵੇਂ ਲਿਜਾਵਾਂਗੇ, ਅਗਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਵਿਸਥਾਰ ਨਾਲ ਹਰ ਗੱਲ ਸਾਂਝੀ ਕਰਾਂਗੇ। ਧੰਨਵਾਦ। ਸਤਿ ਸ਼੍ਰੀ ਅਕਾਲ। ਇਸ ਵੀਡੀਓ 'ਚ ਤੁਸੀਂ ਜਾਣਿਆ ਹੋਊਗਾ ਕਿ ਜਿੱਥੇ ਅਸੀਂ ਜੰਗਲ ਲਗਾਉਣਾ ਹੈ ਉਹ ਜਗ੍ਹਾ ਜੰਗਲ ਲਗਾਉਣ ਲਈ ਤਿਆਰ ਹੈ ਜਾਂ ਨਹੀਂ, ਤੇ ਅਗਲੀ ਵੀਡੀਓ 'ਚ ਅਸੀਂ ਸਿੱਖਾਂਗੇ ਕਿ ਜੰਗਲ ਦਾ ਡਿਜ਼ਾਈਨ, ਜਾਣੇ ਕਿ ਮੈਪ, ਜਾਣੇ ਨਕਸ਼ਾ ਕਿਵੇਂ ਤਿਆਰ ਕੀਤਾ ਜਾਏ। ਜੁੜੇ ਰਹਿਣਾ।